ਹੁਣ ਆਪਾਂ ਗੱਲ ਕਰਾਂਗੇ ਇਲੈਕਟ੍ਰੋਕੈਮੀਕਲ ਸੀਰੀਜ਼ ਦੀ। ਤਾਂ ਸਭ ਤੋਂ ਪਹਿਲਾਂ ਮੈਂ ਇਲੈਕਟ੍ਰੋਕੈਮੀਕਲ ਸੀਰੀਜ਼ ਬਾਰੇ ਬਾਅਦ 'ਚ ਦੱਸੂਗਾ। ਪਹਿਲਾਂ ਇੱਕ ਚਾਰਟ ਬਣਿਆ ਹੈ। ਤਾਂ ਇਲੈਕਟ੍ਰੋਕੈਮੀਕਲ ਸੀਰੀਜ਼ ਹੈ ਕੀ ਚੀਜ਼ ਕਿ ਅਰੇਂਜਮੈਂਟ ਕੀਤਾ ਗਿਆ ਡਿਫਰੈਂਟ ਮੈਟਲ ਆਇਨਸ ਦਾ, ਅਰੇਂਜਮੈਂਟ ਕੀਤਾ ਗਿਆ ਡਿਫਰੈਂਟ ਮੈਟਲ ਆਇਨ ਦਾ ਇਨ ਦਾ ਇਨਕਰੀਜ਼ਿੰਗ ਆਰਡਰ ਆਫ ਰਿਡਕਸ਼ਨ ਪੋਟੈਂਸ਼ੀਅਲ ਕਹ ਲਓ ਤੁਸੀਂ, ਇਨਕਰੀਜ਼ਿੰਗ ਆਰਡਰ ਆਫ ਰਿਡਕਸ਼ਨ ਪੋਟੈਂਸ਼ੀਅਲ, ਜਾਂ ਤੁਸੀਂ ਐ ਕਹ ਲਓ ਕਿ ਡਿਕਰੀਜ਼ਿੰਗ ਆਰਡਰ ਆਫ ਆਕਸੀਡੇਸ਼ਨ ਪੋਟੈਂਸ਼ੀਅਲ। ਦੇਖੋ ਕਿਉਂਕਿ ਜੋ ਕਿਸੇ ਚੀਜ਼ ਦਾ ਰਿਡਕਸ਼ਨ ਪੋਟੈਂਸ਼ੀਅਲ ਹੋਊਗਾ ਆਕਸੀਡੇਸ਼ਨ ਪੋਟੈਂਸ਼ੀਅਲ ਬਿਲਕੁਲ ਕੀ ਹੋਣਾ, ਉਹਦੇ ਉਲਟ ਹੋਣਾ, ਬਿਲਕੁਲ ਉਹਦੇ ਕੀ ਹੋਣਾ, ਉਲਟ ਹੋਣਾ। ਮਤਲਬ ਕੀ ਕਹਿਣਾ ਚਾਹਣਾ ਮੈਂ ਕਿ ਆ ਆਪਣੇ ਕੋਲੇ ਮੈਟਲਸ ਦੀ ਇੱਕ ਸੀਰੀਜ਼ ਬਣ ਗਈ ਜਿਹਦੇ ਚ ਆਪਾਂ ਇੱਕ ਅਰੇਂਜਮੈਂਟ ਬਣਾਤਾ ਇਨ ਦਾ ਇਨਕਰੀਜ਼ਿੰਗ ਆਰਡਰ ਆਫ देयर ਰਿਡਕਸ਼ਨ ਪੋਟੈਂਸ਼ੀਅਲ ਜਾਂ ਕਹ ਲਓ ਡਿਕਰੀਜ਼ਿੰਗ ਆਰਡਰ ਆਫ देयर ਆਕਸੀਡੇਸ਼ਨ ਪੋਟੈਂਸ਼ੀਅਲ। ਦੇਖੋ ਆਪਣੀ ਜਿਹੜੀ ਰਿਐਕਟੀਵਿਟੀ ਚੱਲਦੀ ਹੈ ਕਿਸੇ ਵੀ ਚੀਜ਼ ਦੀ, ਆਪਣੀ ਜਿਹੜੀ ਰਿਡੌਕਸ ਰਿਐਕਸ਼ਨਸ ਹੁੰਦੀਆਂ ਉਹ ਕਿਸ ਚੀਜ਼ ਤੋਂ ਸ਼ੁਰੂ ਹੁੰਦੀਆਂ, ਤੁਸੀਂ ਧਿਆਨ ਨਾਲ ਦੇਖਦੇ ਜਾਇਓ। ਜਦੋਂ ਵੀ ਆਪਣੇ ਕੋਲੇ ਰਿਡੌਕਸ ਰਿਐਕਸ਼ਨਸ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਹੁੰਦੀ ਹੈ, ਆਕਸੀਡੇਸ਼ਨ ਹੁੰਦੀ ਹੈ। ਸਭ ਤੋਂ ਪਹਿਲਾਂ ਕੀ ਹੁੰਦੀ ਹੈ, ਆਕਸੀਡੇਸ਼ਨ ਹੁੰਦੀ ਹੈ। ਉਸ ਤੋਂ ਬਾਅਦ ਦੈਨ ਕੀ ਹੁੰਦੀ ਹੈ, ਰਿਡਕਸ਼ਨ ਹੁੰਦੀ ਹੈ। ਉਸ ਤੋਂ ਬਾਅਦ ਕੀ ਹੁੰਦੀ ਹੈ, ਰਿਡਕਸ਼ਨ ਹੁੰਦੀ ਹੈ। ਇਹਦਾ ਮਤਲਬ ਕਿ ਮੇਰੀ ਰਿਐਕਸ਼ਨ ਦੀ ਸਪੀਡ ਕਿਹਦੇ ਤੇ ਡਿਪੈਂਡ ਕਰੂਗੀ, ਰਿਐਕਸ਼ਨ ਦੀ ਸਪੀਡ ਕਿਹਦੇ ਤੇ ਡਿਪੈਂਡ ਕਰੂਗੀ, ਆਕਸੀਡੇਸ਼ਨ ਪੋਟੈਂਸ਼ੀਅਲ ਤੇ। ਕਿਹਦੇ ਤੇ ਡਿਪੈਂਡ ਕਰੂਗੀ, ਆਕਸੀਡੇਸ਼ਨ ਪੋਟੈਂਸ਼ੀਅਲ ਤੇ। ਆਕਸੀਡੇਸ਼ਨ ਪੋਟੈਂਸ਼ੀਅਲ ਕੀ ਚੀਜ਼ ਹੁੰਦੀ ਹੈ ਕਿ ਕਿਸੇ ਮੈਟਲ ਦਾ ਆਕਸੀਡੇਸ਼ਨ, ਕਿਸੇ ਮੈਟਲ ਦਾ ਆਇਨਸ ਦਾ, ਕਿਸੇ ਮੈਟਲ ਦੇ ਕੋਈ ਮੈਟਲ ਆਪਣੇ ਕੋਲੇ ਉਹ ਕਿੰਨੀ ਐਬਿਲਿਟੀ ਨਾਲ ਆਕਸੀਡਾਈਜ਼ ਹੋ ਰਿਹਾ ਉਹਨੂੰ ਕੀ ਮੈਂ ਬੋਲੂੰਗਾ, ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਬੋਲੂੰਗਾ। ਕੀ ਬੋਲੂੰਗਾ, ਆਕਸੀਡੇਸ਼ਨ ਪੋਟੈਂਸ਼ੀਅਲ ਬੋਲੂੰਗਾ। ਸਿਮਿਲਰਲੀ ਮੈਂ ਇਹ ਕੀ ਕਹਿਣਾ ਚਾਹਣਾ ਹੈ, ਮੈਂ ਇਹ ਕਹਿਣਾ ਚਾਹਣਾ ਕਿ ਜਿਸ ਮੈਟਲ ਦਾ ਆਕਸੀਡੇਸ਼ਨ ਪੋਟੈਂਸ਼ੀਅਲ ਜਿੰਨਾ ਜ਼ਿਆਦਾ ਹਾਈ, ਇਹਦਾ ਮਤਲਬ ਉਨੀ ਈਜ਼ੀਲੀ ਉਹਦੀ ਕੀ ਹੋਊਗੀ, ਆਕਸੀਡੇਸ਼ਨ ਹੋਊਗੀ। ਕੀ ਹੋਊਗੀ, ਉਨੀ ਈਜ਼ੀਲੀ ਆਕਸੀਡੇਸ਼ਨ ਹੋਊਗੀ। ਇਹਦਾ ਮਤਲਬ ਉਨੀ ਜਲਦੀ ਕੀ ਹੈ ਆਪਣੇ ਕੋਲੇ ਇਲੈਕਟ੍ਰੋਨ ਮਿਲ ਕੇ ਤੇ ਰਿਐਕਸ਼ਨ ਕੀ ਹੋ ਜੂਗੀ, ਸਟਾਰਟ ਹੋ ਜੂਗੀ। ਇਹਦਾ ਮਤਲਬ ਰਿਐਕਟੀਵਿਟੀ ਕਿਤੇ ਡਿਪੈਂਡ ਕਰਦੀ ਹੈ, ਰਿਐਕਸ਼ਨ ਦੀ ਰਿਐਕਟੀਵਿਟੀ ਕਿਹਦੇ ਤੇ ਡਿਪੈਂਡ ਕਰਦੀ ਹੈ, ਆਕਸੀਡੇਸ਼ਨ ਪੋਟੈਂਸ਼ੀਅਲ ਤੇ। ਕਿਹਦੇ ਤੇ, ਆਕਸੀਡੇਸ਼ਨ ਪੋਟੈਂਸ਼ੀਅਲ ਤੇ। ਇਹਦਾ ਮਤਲਬ ਕੀ ਹੈ ਕਿ ਜਿਵੇਂ ਜਿਵੇਂ ਆ ਮੈਟਲਸ ਆਇਨਸ ਦਾ ਕੀ ਹੋ ਰਿਹਾ, ਆਕਸੀਡੇਸ਼ਨ ਪੋਟੈਂਸ਼ੀਅਲ ਕੀ ਹੋ ਰਿਹਾ, ਡਿਕਰੀਜ਼ ਹੋ ਰਿਹਾ। ਇਹਦਾ ਮਤਲਬ ਜਿਵੇਂ ਜਿਵੇਂ ਮੈਂ ਇੱਧਰ ਜਾਈ ਜਾ ਰਿਹਾ ਮੇਰੀ ਰਿਐਕਟੀਵਿਟੀ ਵੀ ਕੀ ਹੋ ਰਹੀ ਹੈ, ਡਿਕਰੀਜ਼ ਹੋ ਰਹੀ ਹੈ। ਕੀ ਹੋ ਰਹੀ ਹੈ, ਡਿਕਰੀਜ਼ ਹੋ ਰਹੀ ਹੈ। ਸਿਮਿਲਰਲੀ ਅਗਰ ਮੈਂ ਇੱਧਰ ਜਾ ਕੇ ਗੱਲ ਕਰਾਂ ਤਾਂ ਆ ਜਿਹੜੇ ਮੇਰੇ ਕੋਲੇ ਸਿਲਵਰ ਆ ਗਿਆ, ਮੇਰੇ ਕੋਲੇ 골ਡ ਆ ਗਿਆ, ਇਹਨਾਂ ਦੀ ਰਿਐਕਟੀਵਿਟੀ ਬਹੁਤ ਜ਼ਿਆਦਾ ਘੱਟ ਹੈ। ਇਹਨਾਂ ਦੀ ਰਿਐਕਟੀਵਿਟੀ ਬਹੁਤ ਜ਼ਿਆਦਾ ਘੱਟ ਹੈ ਇਨ ਐਕੁਅਸ ਸਟੇਟ। ਤਾਂ ਕਰਕੇ ਆਪਾਂ ਕੀ ਕਹਿੰਦੇ ਜਾਂਦੇ ਆ, ਸਿਲਵਰ ਤੇ ਜਿਹੜੇ 골ਡ ਦੇ ਮੈਟਲ ਆ ਇਹਨਾਂ ਨੂੰ ਆਪਾਂ ਕੀ ਮੰਨਦੇ ਆ ਕਿ ਬਹੁਤ ਜ਼ਿਆਦਾ ਲੈਸ ਰਿਐਕਟਿਵ ਹੁੰਦੇ ਨੇ। ਕੀ ਹੁੰਦੇ ਨੇ, ਬਹੁਤ ਜ਼ਿਆਦਾ ਲੈਸ ਰਿਐਕਟਿਵ ਹੁੰਦੇ ਆ। ਇਹਦਾ ਮਤਲਬ ਰਿਐਕਟੀਵਿਟੀ ਕਿਸੇ ਵੀ ਮੈਟਲ ਦੀ ਆਇਨਸ ਕਿਤੇ ਡਿਪੈਂਡ ਕਰਦੀ ਹੈ, ਇਹਨਾਂ ਦੇ ਆਕਸੀਡੇਸ਼ਨ ਪੋਟੈਂਸ਼ੀਅਲ ਤੇ। ਇਹਦਾ ਮਤਲਬ ਮੈਂ ਇਹ ਕਹਿ ਸਕਦਾ ਕਿ ਮੇਰੀ ਰਿਐਕਟੀਵਿਟੀ ਕਿਹਦੇ ਤੇ ਡਿਪੈਂਡ ਕਰਦੀ ਪਈ ਹੈ, ਮੇਰੀ ਰਿਐਕਟੀਵਿਟੀ ਕਿਹਦੇ ਤੇ ਡਿਪੈਂਡ ਕਰਦੀ ਪਈ ਹੈ, ਡਾਇਰੈਕਟਲੀ ਕਿਹਦੇ ਤੇ ਡਿਪੈਂਡ ਕਰਦੀ ਪਈ ਹੈ, ਆਕਸੀਡੇਸ਼ਨ ਪੋਟੈਂਸ਼ੀਅਲ ਤੇ। ਜਾਂ ਮੈਂ ਇਹ ਵੀ ਕਹਿ ਸਕਦਾ ਕਿ ਮੇਰੀ ਰਿਐਕਟੀਵਿਟੀ ਕਿਹਦੇ ਤੇ ਡਿਪੈਂਡ ਕਰਦੀ ਪਈ ਹੈ, ਇਨਵਰਸਲੀ ਪ੍ਰੋਪੋਰਸ਼ਨਲ ਟੂ ਰਿਡਕਸ਼ਨ ਪੋਟੈਂਸ਼ੀਅਲ। ਕਿਹਦੇ ਤੇ ਡਿਪੈਂਡ ਕਰਦੀ ਹੈ, ਇਨਵਰਸਲੀ ਪ੍ਰੋਪੋਰਸ਼ਨਲ ਟੂ ਰਿਡਕਸ਼ਨ ਪੋਟੈਂਸ਼ੀਅਲ। ਇਹਦਾ ਮਤਲਬ ਕੀ ਹੈ, ਇਲੈਕਟ੍ਰੋਕੈਮੀਕਲ ਸੀਰੀਜ਼ ਕੀ ਹੈ, ਇੱਕ ਐਕਟੀਵਿਟੀ ਸੀਰੀਜ਼ ਹੈ। ਇਲੈਕਟ੍ਰੋਕੈਮੀਕਲ ਸੀਰੀਜ਼ ਕੀ ਹੈ, ਇਲੈਕਟ੍ਰੋਕੈਮੀਕਲ ਸੀਰੀਜ਼ ਕੀ ਹੈ, ਇੱਕ ਐਕਟੀਵਿਟੀ ਸੀਰੀਜ਼ ਹੈ। ਕੀ ਹੈ, ਇੱਕ ਐਕਟੀਵਿਟੀ ਸੀਰੀਜ਼। ਆਪਾਂ ਨੂੰ ਇਹ ਦੱਸਦੀ ਕਿ ਕਿਹੜਾ ਮੈਟਲ ਕਿੰਨਾ ਜ਼ਿਆਦਾ ਰਿਐਕਟਿਵ ਹੈ। ਤਾਂ ਤੁਸੀਂ ਇਹ ਦੇਖ ਰਹੇ ਹੋ ਕਿ ਲਿਥੀਅਮ ਆਇਨ ਇਲੈਕਟ੍ਰੋਨ ਗੇਨ ਕਰਦਾ ਹੈ ਵਿਦ ਨੈਗੇਟਿਵ ਪਾਵਰ। ਇਹਦਾ ਮਤਲਬ ਲਿਥੀਅਮ ਤੋਂ ਆਹ ਵਾਲੀ ਚੀਜ਼ ਲੈਫਟ ਹੈਂਡ ਸਾਈਡ ਤੇ ਜਾਣ ਦੀ ਚੀਜ਼ ਦੀ ਕੈਪੇਬਿਲਿਟੀ ਬਹੁਤ ਜ਼ਿਆਦਾ ਹਾਈ ਹੈ। ਇਹਦਾ ਮਤਲਬ ਕੀ ਹੈ ਕਿ ਲਿਥੀਅਮ ਸਭ ਤੋਂ ਛੇਤੀ ਇਲੈਕਟ੍ਰੋਨ ਡੋਨੇਟ ਕਰਦਾ ਹੈ। ਇਹਦਾ ਮਤਲਬ ਇਹਦੀ ਕੀ ਹੋ ਜਾਂਦੀ ਹੈ, ਆਕਸੀਡੇਸ਼ਨ ਹੋ ਜਾਂਦੀ ਹੈ। ਇਹਦੀ ਜਿੰਨੀ ਛੇਤੀ ਆਕਸੀਡੇਸ਼ਨ ਹੋਊਗੀ ਉਨੀ ਛੇਤੀ ਇਹ ਕੀ ਕਰੂਗਾ, ਰਿਐਕਸ਼ਨ ਕਰੂਗਾ। ਉਨੀ ਛੇਤੀ ਕੀ ਕਰੂਗਾ, ਇਹ ਰਿਐਕਸ਼ਨ ਕਰੂਗਾ। ਦੇਖੋ ਜਿਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਹਾਈ, ਇਹਦਾ ਮਤਲਬ ਇਹਦੀ ਖੁਦ ਦੀ ਕੀ ਹੋ ਰਹੀ ਹੈ, ਆਕਸੀਡੇਸ਼ਨ ਹੋ ਰਹੀ ਹੈ। ਕੀ ਹੋ ਰਹੀ ਹੈ, ਇਹਦੀ ਖੁਦ ਦੀ ਕੀ ਹੋ ਰਹੀ ਹੈ, ਆਕਸੀਡੇਸ਼ਨ ਹੋ ਰਹੀ ਹੈ। ਇਹਦਾ ਮਤਲਬ ਜਿਹੜਾ ਰਿਵਰਸ ਵਾਲਾ ਪ੍ਰੋਸੈਸ ਹੈ ਇਹ ਜ਼ਿਆਦਾ ਫੇਵਰੇਬਲ ਹੈ। ਮਤਲਬ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ ਕਿ ਲਿਥੀਅਮ ਇਲੈਕਟ੍ਰੋਨ ਡੋਨੇਟ ਕਰਦਾ। ਕੀ ਕਰਦਾ, ਲਿਥੀਅਮ ਇਲੈਕਟ੍ਰੋਨ ਡੋਨੇਟ ਕਰਦਾ ਹੈ। ਇਸ ਵੈਲਿਊ ਦਾ ਮਤਲਬ ਇਹ ਹੈ ਵਿਦ ਹਾਈਐਸਟ ਪਾਵਰ। ਇਹਦਾ ਮਤਲਬ ਮੈਂ ਕੀ ਕਹਿਣਾ ਚਾਹੁੰਦਾ ਹਾਂ, ਅਗਰ ਲਿਥੀਅਮ ਇਲੈਕਟ੍ਰੋਨ ਡੋਨੇਟ ਕਰਦਾ ਹੈ ਇਹਦਾ ਮਤਲਬ ਕਿਸੇ ਦੀ ਕੀ ਕਰਾਉਂਦਾ ਹੋਊਗਾ, ਇਹ ਰਿਡਕਸ਼ਨ। ਇਹਦਾ ਮਤਲਬ ਕੀ ਹੋਇਆ ਕਿ ਜਿਹਦੀ ਰਿਡਕਸ਼ਨ ਪੋਟੈਂਸ਼ੀਅਲ ਦੀ ਜਿੰਨੀ ਘੱਟ ਵੈਲਿਊ, ਜਾਂ ਮੈਂ ਕਹਿ ਸਕਦਾ ਕਿ ਜਿੰਨੀ ਮੇਰੀ ਆਕਸੀਡੇਸ਼ਨ ਪੋਟੈਂਸ਼ੀਅਲ ਦੀ ਵੈਲਿਊ ਜ਼ਿਆਦਾ ਹੋਊਗੀ, ਇਹਦਾ ਮਤਲਬ ਉਹਦੀ ਖੁਦ ਦੀ ਕੀ ਹੋ ਰਹੀ ਹੈ, ਇਹਦਾ ਮਤਲਬ ਉਹਦੀ ਖੁਦ ਦੀ ਕੀ ਹੋ ਰਹੀ ਹੈ, ਆਕਸੀਡੇਸ਼ਨ। ਇਹਦਾ ਮਤਲਬ ਦੂਸਰੇ ਦੀ ਕੀ ਕਰਾ ਰਿਹਾ, ਉਹ ਰਿਡਕਸ਼ਨ। ਇਹਦਾ ਮਤਲਬ ਉਹ ਕੀ ਹੋਊਗਾ, ਸਟਰੋਂਗੈਸਟ ਰਿਡਿਊਸਿੰਗ ਏਜੰਟ ਹੋਊਗਾ। ਕੀ ਹੋਊਗਾ, ਸਟਰੋਂਗੈਸਟ ਰਿਡਿਊਸਿੰਗ ਏਜੰਟ ਹੋਊਗਾ। ਕੀ ਹੋਊਗਾ, ਸਟਰੋਂਗੈਸਟ ਰਿਡਿਊਸਿੰਗ ਏਜੰਟ ਹੋਊਗਾ। ਅਗਰ ਇਹ ਸਟਰੋਂਗੈਸਟ ਰਿਡਿਊਸਿੰਗ ਏਜੰਟ ਹੈ, ਕਿਸੇ ਦੀ ਕੀ ਕਰਾ ਰਿਹਾ, ਇਹ ਰਿਡਕਸ਼ਨ ਕਰਾ ਰਿਹਾ, ਤੇ ਖੁਦ ਕੀ ਹੋਊਗਾ, ਵੀਕੈਸਟ ਆਕਸੀਡਾਈਜ਼ਿੰਗ ਏਜੰਟ। ਕੀ ਹੋਊਗਾ,
ਵੀਕੈਸਟ ਆਕਸੀਡਾਈਜ਼ਿੰਗ ਏਜੰਟ ਹੋਊਗਾ। ਆਪ ਜੀ ਦਾ ਖਿਆਲ ਰੱਖਿਓ। ਸਿਮਿਲਰਲੀ ਰਿਡਕਸ਼ਨ ਪੋਟੈਂਸ਼ੀਅਲ ਸਭ ਤੋਂ ਵੱਧ ਕਿਹਦਾ ਹੈ? ਇਹਦਾ ਮਤਲਬ ਆਕਸੀਡੇਸ਼ਨ ਪੋਟੈਂਸ਼ੀਅਲ ਸਭ ਤੋਂ ਘੱਟ ਕਿਹਦਾ? ਫਲੋਰੀਨ ਦਾ। ਇਹਦਾ ਮਤਲਬ ਆਕਸੀਡੇਸ਼ਨ ਇਹਦੀ ਫਲੋਰੀਨ ਦੀ ਕਰਾਉਣੀ ਬਿਲਕੁਲ ਇੰਪੋਸੀਬਲ ਹੈ। ਮਗਰ ਇਹਦਾ ਮਤਲਬ ਕੀ ਹੈ ਕਿ ਆਹ ਵਾਲਾ ਰਿਵਰਸ ਸਟੈਪ ਹੋਣਾ ਬਹੁਤ ਜ਼ਿਆਦਾ ਇੰਪੋਸੀਬਲ ਹੈ। ਇਹਦਾ ਮਤਲਬ ਮੈਂ ਕੀ ਕਹਿਣਾ ਚਾਹੁੰਦਾ ਹੈ, ਇਹਦੀ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਬਹੁਤ ਜ਼ਿਆਦਾ, ਮਤਲਬ ਇਹਦੀ ਰਿਡਕਸ਼ਨ ਹੋ ਰਹੀ ਹੈ। ਦੂਜੇ ਦੀ ਕੀ ਕਰਾ ਰਿਹਾ ਹੈ? ਆਕਸੀਡੇਸ਼ਨ। ਇਹਦਾ ਮਤਲਬ ਆਹ ਵਾਲਾ ਕੀ ਹੈ? ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਹੈ। ਕੀ ਹੈ? ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਹੈ। ਇਹਦਾ ਮਤਲਬ ਕੀ ਹੋ ਗਿਆ ਕਿ ਮੈਨੂੰ ਇਲੈਕਟ੍ਰੋਕੈਮੀਕਲ ਸੀਰੀਜ਼ ਤੋਂ ਦੋ ਤਰ੍ਹਾਂ ਦੇ ਪ੍ਰੋਸੈਸ ਪਤਾ ਲੱਗ ਗਏ। ਇੱਕ ਤਾਂ ਮੈਨੂੰ ਉਹਨਾਂ ਦੀ ਰਿਐਕਟੀਵਿਟੀ ਬਾਰੇ ਪਤਾ ਲੱਗ ਗਿਆ, ਇੱਕ ਮੈਨੂੰ ਇਹ ਪਤਾ ਲੱਗ ਗਿਆ ਕਿ ਕਿਹੜਾ ਸਭ ਤੋਂ ਜ਼ਿਆਦਾ ਸਟਰੋਂਗੈਸਟ ਰਿਡਿਊਸਿੰਗ ਏਜੰਟ ਹੈ, ਕਿਹੜਾ ਸਭ ਤੋਂ ਜ਼ਿਆਦਾ ਵੀਕੈਸਟ ਰਿਡਿਊਸਿੰਗ ਏਜੰਟ ਹੈ, ਕਿਹੜਾ ਸਭ ਤੋਂ ਜ਼ਿਆਦਾ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਹੈ, ਕਿਹੜਾ ਸਭ ਤੋਂ ਜ਼ਿਆਦਾ ਵੀਕਰ ਆਕਸੀਡਾਈਜ਼ਿੰਗ ਏਜੰਟ ਹੈ। ਇਹਦਾ ਮਤਲਬ ਇਹ ਗੱਲ ਯਾਦ ਰੱਖਿਓ, ਚਾਹੇ ਤੁਸੀਂ ਰਿਡਕਸ਼ਨ ਦੀ ਟਰਮ 'ਚ ਲਿਖ ਲਓ, ਚਾਹੇ ਤੁਸੀਂ ਆਕਸੀਡੇਸ਼ਨ। अगर ER ਦੀ ਵੈਲਿਊ ਰਿਡਕਸ਼ਨ ਪੋਟੈਂਸ਼ੀਅਲ ਦੀ ਜਿੰਨੀ ਜ਼ਿਆਦਾ ਵੈਲਿਊ ਹੋਊਗੀ ਉਹ ਕੀ ਹੋਊਗਾ? ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਹੋਊਗਾ। ਉਨਾ ਹੀ ਜ਼ਿਆਦਾ ਕੀ ਹੋਊਗਾ? ਉਹ ਆਕਸੀਡਾਈਜ਼ਿੰਗ ਏਜੰਟ ਸਟਰੋਂਗ ਹੁੰਦਾ ਜਾਊਗਾ। ਕੀ ਹੋਊਗਾ? ਸਟਰੋਂਗ ਹੁੰਦਾ ਜਾਊਗਾ। ਇਹਦਾ ਮਤਲਬ ਮੈਂ ਇਹ ਵੀ ਕਹਿ ਸਕਦਾ ਕਿ ਅਗਰ ER ਦੀ ਵੈਲਿਊ ਜ਼ਿਆਦਾ ਤੇ EO ਦੀ ਵੈਲਿਊ ਕੀ ਹੋਣੀ ਚਾਹੀਦੀ ਹੈ? ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਵਾਸਤੇ ਘੱਟ ਹੋਣੀ ਚਾਹੀਦੀ ਹੈ। ਸਿਮਿਲਰਲੀ ਜਿਹਦੀ ER ਦੀ ਵੈਲਿਊ ਬਹੁਤ ਜ਼ਿਆਦਾ ਲੋ ਹੋਵੇ ਤੇ ਆਕਸੀਡੇਸ਼ਨ ਪੋਟੈਂਸ਼ੀਅਲ ਦੀ ਵੈਲਿਊ ਬਹੁਤ ਜ਼ਿਆਦਾ ਹਾਈ ਹੋਵੇ, ਇਹਦਾ ਮਤਲਬ ਉਹ ਕੀ ਹੋਊਗਾ? ਉਹ ਕੀ ਹੋਊਗਾ? ਸਟਰੋਂਗੈਸਟ ਰਿਡਿਊਸਿੰਗ ਏਜੰਟ ਹੋਊਗਾ। ਕੀ ਹੋਊਗਾ? ਸਟਰੋਂਗੈਸਟ ਰਿਡਿਊਸਿੰਗ ਏਜੰਟ ਹੋਊਗਾ। ਜਿਨ੍ਹਾਂ ਦੀ ਰਿਡਕਸ਼ਨ ਪੋਟੈਂਸ਼ੀਅਲ ਜਿੰਨੀ ਜ਼ਿਆਦਾ ਉਹ ਕੀ ਹੋਣਗੇ? ਉਨੇ ਜ਼ਿਆਦਾ ਸਟਰੋਂਗੈਸਟ ਆਕਸੀਡਾਈਜ਼। ਤੇ ਜਿਨ੍ਹਾਂ ਦੀ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਘੱਟ ਹੋ ਜਾਊਗੀ ਤਾਂ ਉਹ ਕੀ ਹੋਣਗੇ? ਉਨੇ ਜ਼ਿਆਦਾ ਰਿਡਿਊਸਿੰਗ ਏਜੰਟ ਕੀ ਹੋਣਗੇ? ਉਨੇ ਜ਼ਿਆਦਾ ਰਿਡਿਊਸਿੰਗ ਏਜੰਟ ਹੋਣਗੇ, ਕਿਉਂਕਿ ਉਹਨਾਂ ਦੀ ਖੁਦ ਦੀ ਕੀ ਹੋ ਰਹੀ ਹੈ? ਆਕਸੀਡੇਸ਼ਨ। ਅਗਰ ਖੁਦ ਦੀ ਆਕਸੀਡੇਸ਼ਨ ਹੋ ਰਹੀ ਹੈ, ਕਿਸੇ ਦੀ ਕੀ ਕਰਾ ਰਿਹਾ? ਉਹ ਰਿਡਕਸ਼ਨ। ਇਹਦਾ ਮਤਲਬ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਰਿਡਿਊਸਿੰਗ ਏਜੰਟ ਬੋਲਦੇ। ਕੀ ਬੋਲਦੇ ਹਾਂ? ਰਿਡਿਊਸਿੰਗ ਏਜੰਟ ਬੋਲਦੇ। ਤਾਂ ਇਨਡਾਇਰੈਕਟਲੀ ਮੈਂ ਕੀ ਕਹਿਣਾ ਚਾਹੁੰਦਾ ਕਿ ਜਿਵੇਂ ਜਿਵੇਂ ਮੇਰਾ ਰਿਡਕਸ਼ਨ ਪੋਟੈਂਸ਼ੀਅਲ ਵੱਧਦਾ ਜਾਂਦਾ ਹੈ, ਮੇਰੀ ਰਿਐਕਟੀਵਿਟੀ ਦੀ ਵੈਲਿਊ ਕੀ ਹੈ? ਘਟਦੀ ਜਾਂਦੀ ਹੈ। ਕੀ ਹੈ? ਘਟਦੀ ਜਾਂਦੀ ਹੈ। ਤਾਂ ਆਪਣੇ ਕੋਲੇ ਆ ਸਟੈਂਡਰਡ ਹਾਈਡਰੋਜਨ ਨੂੰ ਮੰਨਿਆ ਗਿਆ, ਜਿਹੜਾ ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ ਕਿ ਰਿਡਕਸ਼ਨ ਪੋਟੈਂਸ਼ੀਅਲ ਵੀ ਜ਼ੀਰੋ ਹੁੰਦਾ ਇਹਦਾ। ਅਗਰ ਰਿਡਕਸ਼ਨ ਪੋਟੈਂਸ਼ੀਅਲ ਵੀ ਜ਼ੀਰੋ ਤੇ ਆਕਸੀਡੇਸ਼ਨ ਪੋਟੈਂਸ਼ੀਅਲ ਵੀ ਕੀ ਹੁੰਦਾ? ਉਹਦਾ ਨੈਗੇਟਿਵ ਸਾਈਨ ਨਾਲ। ਇਹਦਾ ਮਤਲਬ ਜ਼ੀਰੋ ਆਕਸੀਡੇਸ਼ਨ ਪੋਟੈਂਸ਼ੀਅਲ, ਇਹਦਾ ਮਤਲਬ ਰਿਡਕਸ਼ਨ ਪੋਟੈਂਸ਼ੀਅਲ ਵੀ ਕਿੰਨਾ ਹੋਊਗਾ? ਜ਼ੀਰੋ ਹੋਊਗਾ। ਇਹਦਾ ਮਤਲਬ ਕੀ ਹੈ? ਜਿਹੜੇ ਆਹ ਵਾਲੇ ਮੈਟਲਸ ਹੈ, ਜਿਹੜੇ ਆਹ ਵਾਲੇ ਮੈਟਲਸ ਹੈ, ਇਹਦਾ ਮਤਲਬ ਇਹ ਕੰਸੀਡਰੇਬਲੀ ਕੀ ਹੈ? ਬਹੁਤ ਜ਼ਿਆਦਾ ਰਿਐਕਟਿਵ ਨਹੀਂ ਹੈਗੀ। ਇਹਨਾਂ ਦੀ ਰਿਐਕਟੀਵਿਟੀ ਕੀ ਕਰਦੀ ਜਾਂਦੀ ਹੈ? ਜਿਵੇਂ ਜਿਵੇਂ ਨੀਚੇ ਜਾਂਦੇ ਜਾਂਦੇ ਉਵੇਂ ਇਹਨਾਂ ਦੀ ਰਿਐਕਟੀਵਿਟੀ ਕੀ ਕਰਦੀ ਹੈ? ਡਿਕਰੀਜ਼ ਕਰਦੀ ਜਾਂਦੀ ਹੈ। ਕੀ ਕਰਦੀ ਜਾਂਦੀ ਹੈ? ਡਿਕਰੀਜ਼ ਕਰਦੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਆਪਣੇ ਕੋਲ ਹੁਣ ਕੁਐਸਚਨਸ ਆਉਣਗੇ ਜਿਹੜੇ ਆਪਾਂ ਉਹਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਵਿੱਚੋਂ ਜਿਹੜੀਆਂ ਵੈਲਿਊਜ਼ ਮੈਨੂੰ ਨਹੀਂ ਚਾਹੀਦੀਆਂ ਉਹ ਮੈਂ ਕਰੀ ਇਰੇਜ਼ ਕਰ ਦੂੰਗਾ, ਜਿਹੜੀਆਂ ਵੈਲਿਊਜ਼ ਜ਼ਿਆਦਾਤਰ ਮੈਨੂੰ ਚਾਹੀਦੀਆਂ ਹੋਣਗੀਆਂ ਉਹਨਾਂ ਨੂੰ ਮੈਂ ਕੀ ਰੱਖੂੰਗਾ। ਜਿਵੇਂ ਮੰਨ ਕੇ ਚੱਲੋ, ਸਪੋਜ਼ ਕਰੋ ਰੱਖੀਏ ਰਹਿਣ ਨੇ, ਮੈਂ ਇੱਥੇ ਆਹ ਵਾਲੇ ਥਾਂ ਤੇ ਤੁਹਾਨੂੰ ਸਮਝਾ ਦਿੰਦਾ ਕਿਸ ਤਰ੍ਹਾਂ ਦੀ ਕੁਐਸਚਨ ਹੋਵੇ। देखो दो तरह की वैल्यूज मेरे पता लग गई, दो तरह की चीजें मेरे कंसेप्ट क्लियर कराते एक्टिविटी सीरीज ने। एक तो मैंने की लभना सिखाता रिएक्टिव नेचर लभना सिखाता कि कौन कितना ज्यादा रिएक्टिव है। दूसरा मैंने की सिखाता कि मैंने ये लभना सिखाता कि केड़ा ऑक्सीडाइजिंग एजेंट ज्यादा है या केड़ा स्ट्रॉन्गेस्ट ऑक्सीड रिड्यूसिंग एजेंट। तो मान के चलो सपोज करो होर एक इहदे बारे दसदे आपां नूं डिस्प्लेसमेंट रिएक्शन बारे दसदे आ। किहदे बारे दसदे आ? डिस्प्लेसमेंट रिएक्शन बारे दसदे आ। मैं ਤੁਹਾਨੂੰ क्लियर करके दिखाना, उस तो बाद एक ला भी बना के दिखाऊंगा, ਉਹਨੂੰ ਨੋਟ ਡਾਊਨ ਕਰ ਲਿਓ, बड़ा इंपॉर्टेंट है। ਮੰਨ के चलो मैं की कहता कि जिंक ਦੀ ਰॉड ਡਿਪ ਕਰਤੀ ਕਾਪਰ ਸਲਫੇਟ ਸੋਲੂਸ਼ਨ ਦੇ ਵਿੱਚ। ਆ ਕੀ ਹੈ? ਜ਼ਿੰਕ ਦੀ ਰॉड ਕਾਹਦੇ ਵਿੱਚ ਡਿਪ ਕਰਤੀ? ਕਾਪਰ ਸਲਫੇਟ ਸੋਲੂਸ਼ਨ ਦੇ ਵਿੱਚ। ਕਾਹਦੇ ਵਿੱਚ ਡਿਪ ਕਰਤੀ? ਕਾਪਰ ਸਲਫੇਟ ਸੋਲੂਸ਼ਨ ਦੇ ਵਿੱਚ ਜ਼ਿੰਕ ਡਿਪ ਕਰਤੀ। ਸਿਮਿਲਰਲੀ ਇਧਰ ਮੈਂ ਕੀ ਕਰਤਾ? ਕਾਪਰ ਦੀ ਰॉड ਡਿਪ ਕਰਤੀ, ਕਾਪਰ ਦੀ ਰॉड ਡਿਪ ਕਰਤੀ ਜ਼ਿੰਕ ਸਲਫੇਟ ਸੋਲੂਸ਼ਨ ਦੇ ਵਿੱਚ। ਕਿਹਦੇ ਵਿੱਚ ਡਿਪ ਕਰਤੀ? ਜ਼ਿੰਕ ਸਲਫੇਟ ਸੋਲੂਸ਼ਨ ਦੇ ਵਿੱਚ ਡਿਪ ਕਰਤੀ। ਤਾਂ ਮੈਨੂੰ ਇਹ ਪੁੱਛ ਰਹੇ ਹੈ ਕਿ ਆਹ ਵਾਲੀ ਰਿਐਕਸ਼ਨ ਹੈ ਇਹ ਫੇਵਰੇਬਲ ਹੈ? ਅਗਰ ਹੈ ਤਾਂ ਦੱਸੋ। ਇੱਕ ਪਾਸੇ ਮੈਨੂੰ ਆਹ ਪੁੱਛ ਰਹੇ ਹੈ ਕਿ ਆਹ ਵਾਲੀ ਰਿਐਕਸ਼ਨ ਹੋ ਸਕਦੀ ਹੈ, ਆਹ ਵਾਲੀ ਰਿਐਕਸ਼ਨ ਹੋ ਸਕਦੀ ਹੈ। ਤੁਸੀਂ ਆਹ ਚੀਜ਼ ਧਿਆਨ ਨਾਲ ਦੇਖਣੀ ਹੈ। ਸਭ ਤੋਂ ਪਹਿਲਾਂ ਅਗਰ ਆਪਣੇ ਕੋਲ ਆਹ ਰਿਐਕਸ਼ਨ ਆ ਗਈ ਤਾਂ ਇਹਨਾਂ ਵਿੱਚ ਮੈਂ ਕੀ ਚੀਜ਼ ਚੈੱਕ ਕਰੂੰਗਾ? ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਇਹਨਾਂ ਦੇ ਵਿੱਚ ਕੀ ਚੀਜ਼ ਚੈੱਕ ਕਰੂੰਗਾ? ਇਹਦੇ ਵਿੱਚ ਮੈਂ ਕੀ ਚੈੱਕ ਕਰੂੰਗਾ? ਮੈਂ ਸਭ ਤੋਂ ਪਹਿਲਾਂ ਵੇਖੂੰਗਾ ਆਕਸੀਡੇਸ਼ਨ ਕਿਹਦੀ ਹੋਈ ਹੈ। ਇਹਦਾ ਆਕਸੀਡੇਸ਼ਨ ਨੰਬਰ ਇੱਥੇ ਕਿੰਨਾ? 0। ਅਗਰ ਮੈਂ ਇਹਦੇ 'ਚ ਕੈਲਕੂਲੇਟ ਕਰਾਂ ਤਾਂ ਇਹਦਾ ਆਕਸੀਡੇਸ਼ਨ ਨੰਬਰ ਕਿੰਨਾ ਆ ਗਿਆ? x। ਇਹਨੂੰ ਜ਼ਿੰਕ ਨੂੰ ਕਿਵੇਂ ਮੰਨ ਕੇ ਚੱਲੇ? x ਸਲਫੇਟ ਦੀ ਵੈਲੈਂਸੀ -2, ਕੋਈ ਚਾਰਜ ਨਹੀਂ, ਇਹਦਾ ਮਤਲਬ ਇਹਦਾ ਆਕਸੀਡੇਸ਼ਨ ਸਟੇਟ ਕਿੰਨੀ ਆ ਗਈ? +2। ਇਹਦਾ ਮਤਲਬ ਜ਼ਿੰਕ ਦੀ ਆਕਸੀਡੇਸ਼ਨ ਹੋ ਗਈ ਕਿਉਂਕਿ ਇਹਦਾ ਆਕਸੀਡੇਸ਼ਨ ਨੰਬਰ ਇਨਕਰੀਜ਼ ਕਰ ਗਿਆ। अगर मैं इतने कॉपर की गल करा तो कॉपर का ऑक्सीडेशन नंबर की जी इतने +2, इतने सिंगल रह गया 0। इसका मतलब
ਇਹਦੀ ਕੀ ਹੋਗੀ ਇੱਥੇ ਰਿਡਕਸ਼ਨ ਹੋਗੀ ਕੀ ਹੋਗੀ ਰਿਡਕਸ਼ਨ ਹੋਗੀ ਆ ਆਪਣੇ ਕੋਲ ਕੰਡੀਸ਼ਨ ਹੈ ਹੁਣ ਤੁਸੀਂ ਧਿਆਨ ਨਾਲ ਦੇਖਿਓ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹੈ ਜ਼ਿੰਕ ਦੀ ਕੀ ਹੋ ਰਹੀ ਹੈ ਮੇਰੇ ਕੋਲੇ ਆਕਸੀਡੇਸ਼ਨ ਹੋ ਰਹੀ ਹੈ ਕਾਪਰ ਦੀ ਕੀ ਹੋ ਰਹੀ ਹੈ ਰਿਡਕਸ਼ਨ ਹੋ ਰਹੀ ਹੈ ਤਾਂ ਮੈਨੂੰ ਪਤਾ ਕਿਵੇਂ ਲੱਗੂਗਾ ਇਹਨਾਂ ਦੀ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊਜ਼ ਤੋਂ ਪਤਾ ਲੱਗੂਗਾ ਦੇਖੋ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਅਗਰ ਆ ਇਲੈਕਟ੍ਰੋਨ ਦੋ ਗੇਨ ਕੀਤੇ ਕਾਪਰ ਨੇ ਤਾਂ ਕਾਪਰ ਦਾ ਰਿਡਕਸ਼ਨ ਪੋਟੈਂਸ਼ੀਅਲ ਕਿੰਨਾ ਆ ਗਿਆ 0.30 ਕਿੰਨਾ ਆ ਗਿਆ 0.34 ਅਗਰ ਮੈਂ ਜ਼ਿੰਕ ਦੀ ਗੱਲ ਕਰਾਂ ਅਗਰ ਜ਼ਿੰਕ ਦੋ ਇਲੈਕਟ੍ਰੋਨ ਗੇਨ ਕਰਦਾ ਪਿਆ ਤਾਂ ਜ਼ਿੰਕ ਦਾ ਰਿਡਕਸ਼ਨ ਪੋਟੈਂਸ਼ੀਅਲ ਕਿੰਨਾ ਨੈਗੇਟਿਵ ਮੈਂ ਤੁਹਾਨੂੰ ਕੀ ਆਖਿਆ ਸੀ ਕਿ ਉਹੀ ਰਿਐਕਸ਼ਨ ਫੇਵਰੇਬਲ ਹੋਊਗੀ ਮਤਲਬ ਇਹਨਾਂ ਦੋਨਾਂ ਦੇ ਵਿੱਚੋਂ ਕੀ ਹੈ ਕਾਪਰ ਤੇ ਜ਼ਿੰਕ ਚੋਂ ਕਿਹਦੀ ਰਿਡਕਸ਼ਨ ਹੋਣ ਦੇ ਚਾਂਸਸ ਹੈ ਕਾਪਰ ਦੀ ਰਿਡਕਸ਼ਨ ਹੋ ਰਹੀ ਹੈ ਤਾਂ ਮਤਲਬ ਇੱਥੇ ਵੀ ਕੀ ਹੋ ਰਹੀ ਹੈ ਕਾਪਰ ਦੀ ਰਿਡਕਸ਼ਨ ਹੋ ਰਹੀ ਹੈ ਜ਼ਿੰਕ ਦੀ ਕੀ ਹੋ ਰਹੀ ਹੈ ਆਕਸੀਡੇਸ਼ਨ ਇਹਦਾ ਮਤਲਬ ਟਰਮ ਕੀ ਹੈ ਫੇਵਰੇਬਲ ਹੈ ਕੀ ਹੈ ਟਰਮ ਫੇਵਰੇਬਲ ਹੈ ਅੱਛਾ ਇੱਥੇ ਮਤਲਬ ਇੱਕ ਲਾਲ ਲਿਖਾਉਣਾ ਹੈ ਇੱਥੇ ਮੈਂ ਇੱਕ ਲਾਲ ਲਿਖਾਉਣਾ ਹੈ ਕਿ ਮੈਟਲ ਜਿਸ ਦਾ ਲੋ ਰਿਡਕਸ਼ਨ ਪੋਟੈਂਸ਼ੀਅਲ ਹੈ ਜਿਸ ਦਾ ਲੋ ਰਿਡਕਸ਼ਨ ਪੋਟੈਂਸ਼ੀਅਲ ਹੈ ਉਹ ਡਿਸਪਲੇਸ ਕਰਾ ਦੂਗਾ ਮੈਟਲ ਆਇਨਸ ਨੂੰ ਡਿਸਪਲੇਸ ਕਰਾ ਦੂਗਾ ਉਸ ਮੈਟਲ ਆਇਨਸ ਨੂੰ in the solution which has high reduction potential देखो ध्यान ਨਾਲ सुनो ਇਹ ਲਾਈਨ ਦਾ ਮੈਂ ਇੱਕ ਉਲਟ ਮਤਲਬ ਹੀ ਕੱਢ ਦਿੰਦਾ ਅਗਰ ਰਿਡਕਸ਼ਨ ਪੋਟੈਂਸ਼ੀਅਲ ਲੋ ਹੈ ਤਾਂ ਮਤਲਬ ਮੈਂ ਵੀ ਤੇ ਕਹਿ ਦਿੰਦਾ ਕਿ ਆਕਸੀਡੇਸ਼ਨ ਪੋਟੈਂਸ਼ੀਅਲ ਕੀ ਹੋਣਾ ਚਾਹੀਦਾ ਹਾਈ ਹੋਣਾ ਚਾਹੀਦਾ ਪਾਪਾ ਬਾਹਰ ਨਾ ਕਰੇ ਇਹਦਾ ਮਤਲਬ ਕੀ ਹੋਊਗਾ ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਕੀ ਹੋਊਗਾ ਉਨਾ ਜ਼ਿਆਦਾ ਹਾਈ ਹੋਊਗਾ ਮਤਲਬ ਮੈਂ ਕੀ ਕਹਿਣਾ ਚਾਹੁੰਦਾ ਹੈ ਕਿ ਜਦੋਂ ਵੀ ਤੁਸੀਂ ਰਿਐਕਟੀਵਿਟੀ ਚੈੱਕ ਕਰਨੀ ਹੈ ਤੁਸੀਂ ਇੱਕ ਚੀਜ਼ ਨੂੰ ਆਪਰੇਟ ਕਰਾ ਕੇ ਚੱਲੋ ਰਿਡਕਸ਼ਨ ਪੋਟੈਂਸ਼ੀਅਲ ਦੀਆਂ ਵੈਲਿਊਜ਼ ਵੀ ਚੈੱਕ ਕਰਿਓ ਆਕਸੀਡੇਸ਼ਨ ਚ ਕਨਫਿਊਜ਼ ਹੋ ਜਾਓਗੇ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਜਿੰਨਾ ਜ਼ਿਆਦਾ ਲੋ ਇਹਦਾ ਮਤਲਬ ਉਹਦੀ ਖੁਦ ਦੀ ਕੀ ਹੋਊਗੀ ਆਕਸੀਡੇਸ਼ਨ ਤਾਂ ਤੁਸੀਂ ਚੈੱਕ ਕਰ ਲਿਓ ਕਿ ਉਹਦੇ ਅਕੋਰਡਿੰਗ ਤੁਹਾਡੀ ਰਿਐਕਸ਼ਨ ਹੋ ਰਹੀ ਹੈ ਇੱਥੇ ਮੇਰੇ ਜ਼ਿੰਕ ਦੀ ਕੀ ਹੋ ਰਹੀ ਸੀ ਆਕਸੀਡੇਸ਼ਨ ਇੱਥੇ ਮੇਰੇ ਜ਼ਿੰਕ ਦਾ ਕੀ ਹੈ ਰਿਡਕਸ਼ਨ ਪੋਟੈਂਸ਼ੀਅਲ ਲੋ ਹੈ ਇਹਦਾ ਮਤਲਬ ਆਕਸੀਡੇਸ਼ਨ ਪੋਟੈਂਸ਼ੀਅਲ ਹਾਈ ਹੈ ਇਹਦਾ ਮਤਲਬ ਜ਼ਿੰਕ ਦੀ ਮੇਰੀ ਇੱਥੇ ਆਕਸੀਡੇਸ਼ਨ ਹੋ ਰਹੀ ਸੀ ਸਿਮਿਲਰਲੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਮੈਟਲ ਦਾ ਰਿਡਕਸ਼ਨ ਪੋਟੈਂਸ਼ੀਅਲ ਜਿੰਨਾ ਜ਼ਿਆਦਾ ਲੋ ਹੋਊਗਾ ਇਹਦਾ ਮਤਲਬ ਉਹਦਾ ਪੋਟੈਂਸ਼ੀਅਲ ਆਕਸੀਡੇਸ਼ਨ ਕੀ ਹੋਊਗਾ ਉਨਾ ਹੀ ਜ਼ਿਆਦਾ ਹਾਈ ਹੋਊਗਾ ਇਹਦਾ ਮਤਲਬ ਕੀ ਹੈ ਉਹ ਦੂਸਰੇ ਨੂੰ ਕੀ ਕਰਾ ਦੂਗਾ ਡਿਸਪਲੇਸ ਕਰਾ ਦੂਗਾ ਜਿਹਦਾ ਹਾਈ ਰਿਡਕਸ਼ਨ ਪੋਟੈਂਸ਼ੀਅਲ ਹੈ ਇਹਦਾ ਮਤਲਬ ਉਹਦਾ ਕੀ ਹੋਊਗਾ ਲੋ ਆਕਸੀਡੇਸ਼ਨ ਪੋਟੈਂਸ਼ੀਅਲ ਉਹਦਾ ਕੀ ਹੋਊਗਾ ਲੋ ਆਕਸੀਡੇਸ਼ਨ ਪੋਟੈਂਸ਼ੀਅਲ ਇਹਦਾ ਮਤਲਬ ਕਿ ਜਿਸ ਮੈਟਲ ਦਾ ਰਿਡਕਸ਼ਨ ਪੋਟੈਂਸ਼ੀਅਲ ਜਿੰਨਾ ਘੱਟ ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਉਨਾ ਹੀ ਜ਼ਿਆਦਾ ਇਹਦਾ ਮਤਲਬ ਉਹ ਕੀ ਕਰਾਊਗਾ ਖੁਦ ਕੀ ਹੋਊਗਾ ਆਕਸੀਡਾਈਜ਼ ਹੋਊਗਾ ਤੇ ਦੂਸਰੇ ਦੀ ਕੀ ਕਰਾਊਗਾ ਰਿਡਕਸ਼ਨ ਕਰੂਗਾ ਹੁਣ ਅਗਰ ਜੇ ਮੈਂ ਇੱਥੇ ਦੇਖਾਂ ਤਾਂ ਇੱਥੇ ਮੈਨੂੰ ਕੀ ਨਜ਼ਰ ਆ ਰਿਹਾ ਹੈ ਕਿ ਕਾਪਰ ਦੀ ਇਹਨਾਂ ਦੇ ਅਕੋਰਡਿੰਗ ਕੀ ਹੋ ਰਹੀ ਹੈ ਆਕਸੀਡੇਸ਼ਨ ਤੇ ਜ਼ਿੰਕ ਦੀ ਕੀ ਹੋ ਰਹੀ ਹੈ ਰਿਡਕਸ਼ਨ ਇਹ ਤਾਂ ਹੋ ਨਹੀਂ ਸਕਦਾ ਕਾਪਰ ਦਾ ਇਲੈਕਟ੍ਰੋਨ ਦੇ ਹੀ ਨਹੀਂ ਸਕਦਾ ਕਿਸੇ ਨੂੰ ਵੀ ਕਾਪਰ ਤੇ ਜ਼ਿੰਕ ਤੋਂ ਮੈਂ ਜੇ ਗੱਲ ਕਰਾਂ ਤੇ ਜਿਹਦੀ ਜ਼ਿਆਦਾ ਛੇਤੀ ਇਲੈਕਟ੍ਰੋਨ ਕੌਣ ਡਿਲੀਟ ਕਰੂਗਾ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਲੋ ਹੈ ਜਾਂ ਜਿਹਦਾ ਹਾਈ ਹੈ ਆਕਸੀਡੇਸ਼ਨ ਪੋਟੈਂਸ਼ੀਅਲ ਹੈ ਉਹ ਕੀ ਕਰੂਗਾ ਛੇਤੀ ਇਲੈਕਟ੍ਰੋਨ ਕਰੂਗਾ ਇਹਦਾ ਮਤਲਬ ਆ ਬਿਲਕੁਲ ਕੀ ਹੈ ਰਿਵਰਸ ਹੋ ਰਹੀ ਹੈ ਇਹਦਾ ਮਤਲਬ ਮੈਨੂੰ ਡਿਸਪਲੇਸਮੈਂਟ ਰਿਐਕਸ਼ਨ ਦਾ ਵੀ ਪਤਾ ਲੱਗ ਗਿਆ ਕਿ ਕਿਹਦੀ ਪੋਸੀਬਲ ਹੈ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਲੋ ਹੈ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਲੋ ਹੈ ਉਹ ਜਿਹਦਾ ਹਾਈ ਰਿਡਕਸ਼ਨ ਪੋਟੈਂਸ਼ੀਅਲ ਹੈ ਉਹਨੂੰ ਡਿਸਪਲੇਸ ਕਰਾ ਦੂਗਾ ਕੀ ਕਰਾ ਦੂਗਾ ਡਿਸਪਲੇਸ ਕਰਾ ਦੂਗਾ ਕਾਪਰ ਦਾ ਕੀ ਸੀ ਇੱਥੇ ਹਾਈ ਰਿਡਕਸ਼ਨ ਪੋਟੈਂਸ਼ੀਅਲ ਇਹਦਾ ਕੀ ਸੀ ਲੋ ਰਿਡਕਸ਼ਨ ਪੋਟੈਂਸ਼ੀਅਲ ਜੇ ਲੋ ਹੈ ਤਾਂ ਇਹਦਾ ਮਤਲਬ ਇਹਦੀ ਕੀ ਹੋਣੀ ਚਾਹੀਦੀ ਆਕਸੀਡੇਸ਼ਨ ਜੋ ਵੀ ਹੋ ਰਹੀ ਹੈ ਠੀਕ ਹੈ ਤਾਂ ਇੱਕ ਤਾਂ ਆਪਾਂ ਨੂੰ ਮੈਨੂੰ ਇਸ ਤੋਂ ਕੀ ਪਤਾ ਲੱਗ ਗਿਆ ਕੈਮੀਕਲ ਸੀਰੀਜ਼ ਦਾ ਪਤਾ ਲੱਗ ਗਿਆ ਡਿਸਪਲੇਸਮੈਂਟ ਰਿਐਕਸ਼ਨ ਦਾ ਪਤਾ ਲੱਗ ਗਿਆ ਆਕਸੀਡਾਈਜ਼ਿੰਗ ਏਜੰਟ ਦਾ ਪਤਾ ਲੱਗ ਗਿਆ ਤੇ ਕੀ ਪਤਾ ਲੱਗ ਗਿਆ ਰਿਡਿਊਸਿੰਗ ਏਜੰਟ ਦਾ ਪਤਾ ਲੱਗ ਗਿਆ ਜਿਹੜੇ ਮੈਂ ਲੈਫਟ ਹੈਂਡ ਸਾਈਡ ਤੇ ਮੈਟਲ ਜਿੰਨੇ ਵੀ ਲਿਖੇ ਆ ਜਿੰਨੇ ਵੀ ਮੈਟਲ ਮੈਂ ਲੈਫਟ ਹੈਂਡ ਸਾਈਡ ਤੇ ਲਿਖੇ ਆ ਇਹ ਸਾਰੇ ਦੇ ਸਾਰੇ ਮੈਟਲ ਕੀ ਹੁੰਦੇ ਆ ਐਕਟਿਵ ਮੈਟਲ ਹੁੰਦੇ ਆ ਕੀ ਹੁੰਦੇ ਆ ਐਕਟਿਵ ਮੈਟਲ ਹੁੰਦੇ ਆ ਇਹਦਾ ਮਤਲਬ ਕੀ ਹੈ ਕਿ ਅਗਰ ਇਹਨਾਂ ਦੀ ਮੈਂ ਕਿਸੇ ਵੀ ਮੈਟਲ ਨਾਲ ਕਿਸੇ ਐਸਿਡ ਦੀ ਰਿਐਕਸ਼ਨ ਕਰਾਦਾ ਜਿਹਦੇ ਵਿੱਚ ਹਾਈਡਰੋਜਨ ਹੋਵੇ ਤਾਂ ਉਹਦੇ ਵਿੱਚੋਂ ਕੀ ਕਰਨਗੇ ਹਾਈਡਰੋਜਨ ਨੂੰ ਲਿਬਰੇਟ ਕਰਾ ਦੇਣਗੇ ਕੀ ਕਰਾ ਦੇਣਗੇ ਲਿਬਰੇਟ ਕਰਾ ਦੇਣਗੇ ਅਗਰ ਮੈਂ ਇਹਨਾਂ ਦੀ ਗੱਲ ਕਰਾਂ ਅਗਰ ਇਹਨਾਂ ਦੀ ਮੈਂ ਕਿਸੇ ਨਾਲ ਵੀ ਰਿਐਕਸ਼ਨ ਕਰਦਾ HCl ਦੇ ਨਾਲ HBr ਦੇ ਨਾਲ ਤਾਂ ਉਹਦੇ ਵਿੱਚੋਂ ਹਾਈਡਰੋਜਨ ਨੂੰ ਲਿਬਰੇਟ ਨਹੀਂ ਕਰਾ ਸਕਦੇ ਇਸ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਇਨਐਕਟਿਵ ਮੈਟਲ ਕਿਹਾ ਜਾਂਦਾ ਕੀ ਕਿਹਾ ਜਾਂਦਾ ਇਨਐਕਟਿਵ ਮੈਟਲ ਕਿਹਾ ਜਾਂਦਾ ਠੀਕ ਹੈ ਨੈਕਸਟ ਆਪਣੇ ਕੋਲ ਕਿਹੜੀ ਚੀਜ਼ ਆ ਜਾਂਦੀ ਹੈ ਇਹਨਾਂ ਦੀ ਸਭ ਤੋਂ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਕਿ ਮੈਨੂੰ EMF ਦੀ ਵੈਲਿਊਜ਼ ਕਿਵੇਂ ਕੈਲਕੂਲੇਟ ਪਤਾ ਹੋਣਗੀਆਂ ਤਾਂ ਮੇਰੇ ਕੋਲ ਇਹ ਚਾਰਟ ਹੈ ਇਹ ਚਾਰਟ ਦੀਆਂ ਵੈਲਿਊ ਸਟੈਂਡਰਡਸ ਹੋਣਗੀਆਂ ਤਾਂ ਹੁਣ ਮੈਨੂੰ ਨੂਮੈਰੀਕਲ ਵੈਲਿਊਜ਼ ਦਿੱਤੀਆਂ ਹੋਣਗੀਆਂ ਤਾਂ ਮੈਂ ਕੈਲਕੂਲੇਟ ਕੀ ਕਰਨਾ ਹੈ ਮੈਂ ਉਸ ਤੋਂ ਵੀ ਕਰੂੰਗਾ ਕੈਲਕੂਲੇਟ EMF ਦੀਆਂ ਵੈਲਿਊਜ਼ ਕੈਲਕੂਲੇਟ ਕਰੂੰਗਾ ਕੀ ਕਰੂੰਗਾ EMF ਦੀਆਂ ਵੈਲਿਊਜ਼ ਕੈਲਕੂਲੇਟ ਕਰੂੰਗਾ ਧਿਆਨ ਨਾਲ ਦੇਖ ਲਿਓ
देखो भाई ਆਪਾਂ ਨੂੰ क्वेश्चन ਦਿੱਤਾ है ਆਪਾਂ ਨੂੰ क्वेश्चन ਦਿੱਤਾ है कि इलैक्ट्रोकैमिकल सैल है ਆਪਾਂ न्यूमेरिकल करांगे टाइप 1 ਦੇ ਜਿਹਦੇ ਚ ਆਪਾਂ ਕੀ कैलकुलेट करना है EMF ਲੱਭਣੀ है E0 ਲੱਭਣੀ है मतलब स्टैंडर्ड EMF कैलकुलेट करनी है ਕੀ ਕਰਨੀ है स्टैंडर्ड EMF कैलकुलेट करनी है करनी है कैलकुलेट करनी है ठीक है नोट डाउन करें तो सोनू की कह रहे हैं वो कोई इलेक्ट्रोकैमिकल सेल कह रहे हैं की कह रहे हैं इलेक्ट्रोकैमिकल सेल कह रहे हैं ਉਹਦੇ ਚ ਕੀ ਹੈ ਦੋ ਰॉड्स ਡਿਪ ਕੀਤੀਆਂ ਹੋਈਆਂ ਇੱਕ ਪਾਸੇ ਕੀ ਹੈ ਉਹਦੇ ਚ ਲੈਡ ਦੇ ਆਇਨਸ ਹੈ ਉਹ ਇਲੈਕਟ੍ਰੋਨ ਗੇਨ ਕਰਦੇ ਦਿਖਾਏ ਗਏ ਹੈ ਇੱਕ ਪਾਸੇ ਕੀ ਹੈ ਸਿਲਵਰ ਦੇ ਆਇਨਸ ਹੈ ਉਹ ਇਲੈਕਟ੍ਰੋਨ ਗੇਨ ਕਰਦੇ ਦਿਖਾ ਰਹੇ ਆ ਆਪਣੇ ਕੋਲ ਕੰਡੀਸ਼ਨ ਹੈ ਇਲੈਕਟ੍ਰੋਕੈਮੀਕਲ ਸੈਲ ਉਸ ਤੋਂ ਬਾਅਦ ਦੋ ਰਿਐਕਸ਼ਨਾਂ ਲਿਖੀਆਂ ਗਈਆਂ ਆ ਜਿਹੜਾ ਪੋਟੈਂਸ਼ੀਅਲ ਹੈ ਕਿਉਂਕਿ ਇਲੈਕਟ੍ਰੋਨ ਗੇਨ ਕਰਦਾ ਬਤਾਇਆ ਗਿਆ ਤੇ ਇਹਦਾ ਮਤਲਬ ਇਹ ਗਿਵਨ ਆਪਾਂ ਨੂੰ ਰਿਡਕਸ਼ਨ ਪੋਟੈਂਸ਼ੀਅਲ ਦੋਨਾਂ ਦੇ ਕੀ ਗਿਵਨ ਹੈ ਰਿਡਕਸ਼ਨ ਪੋਟੈਂਸ਼ੀਅਲ ਗਿਵਨ ਲੈਡ ਦਾ ਜਿਹੜਾ ਰਿਡਕਸ਼ਨ ਪੋਟੈਂਸ਼ੀਅਲ ਹੈ ਕਿੰਨਾ ਬਈ -0.13 ਵੋਲਟ ਸਿਲਵਰ ਦਾ ਰਿਡਕਸ਼ਨ ਪੋਟੈਂਸ਼ੀਅਲ ਕਿੰਨਾ ਹੈ ਬਈ 0.80 ਵੋਲਟ ਕਿੰਨਾ 0.80 ਵੋਲਟ ਆਪਾਂ ਨੂੰ ਕੀ ਪੁੱਛ ਰਹੇ ਹੈ ਕਿ ਤੁਸੀਂ ਸੈੱਲ ਦੀ ਰਿਐਕਸ਼ਨ ਲਿਖੋ ਕੀ ਲਿਖੋ ਸੈੱਲ ਦੀ ਰਿਐਕਸ਼ਨ ਲਿਖੋ दूसरा क्वेश्चन की पूछते पे है दूसरा क्वेश्चन ये पूछते पे है कि ओदी ईएमएफ कैलकुलेट करके दिखाओ की करके दिखाओ ईएमएफ कैलकुलेट करके दिखाओ उन्होंने ये गल तो पहले ही कहती कि ईएमएफ ਤੁਸੀਂ कैलकुलेट करनी है मतलब ਆਪਾਂ ਇਹ ਮੰਨ ਕੇ ਚੱਲਾਂਗੇ ਇਲੈਕਟ੍ਰੋਕੈਮੀਕਲ ਸੈੱਲ ਵਰਕ ਕਰਦਾ ਪਿਆ ਮੈਂ ਤੁਹਾਨੂੰ ਫਾਰਮੂਲਾ ਲਿਖਾਇਆ ਸੀ ਕਿ ईएमएफ ਚਾਹੇ ਸਟੈਂਡਰਡ ਕੱਢਣੀ ਹੈ ਚਾਹੇ ਦੂਸਰੀ ਉਹਦਾ ਕੀ ਫਾਰਮੂਲਾ ਹੁੰਦਾ ਹੈ ਜਿਹਦੀ ਆਕਸੀਡੇਸ਼ਨ ਹੋਈ ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਪਲੱਸ ਜਿਹਦੀ ਰਿਡਕਸ਼ਨ ਹੋਈ ਉਹਦਾ ਰਿਡਕਸ਼ਨ ਪੋਟੈਂਸ਼ੀਅਲ ਮੈਂ ਦੋਨਾਂ ਫਾਰਮੂਲਿਆਂ ਨਾਲ ਕੈਲਕੂਲੇਟ ਕਰਕੇ ਬਣਾਉਂਗਾ दोनों विचों एक पासे मेरे को लेड आयंस दो इलेक्ट्रॉन गेन करते पे हैं रिडक्शन पोटेंशियल नेगेटिव है एक पासे सिल्वर आयन गेन करते पे हैं रिडक्शन पोटेंशियल पॉजिटिव है इसका मतलब इन्हां दोनों विचों रिडक्शन कीदी होगी एस टर्म दी की होगी रिडक्शन एस टर्म दी की होगी रिडक्शन ऊपरले दी की होगी फिर ऑक्सीडेशन ऊपरले दी की होगी फिर ऑक्सीडेशन आ मेरे को की गिवन है रिडक्शन पोटेंशियल गिवन है इसका मतलब इसका ऑक्सीडेशन पोटेंशियल की होगा उतना ही ज्यादा माइनस साइन देना इसका मतलब मेरे को यहां वैल्यू कितनी आ गई मेरे को यहां वैल्यू कितनी आ गई -0.13 कितनी आ गई 0.13 ਤਾਂ ਮੈਂ ਦੋਨੇ ਵੈਲਿਊਜ਼ ਜਿਹਦੀ ਆਕਸੀਡੇਸ਼ਨ ਹੋਈ ਇਹਦੀ ਆਕਸੀਡੇਸ਼ਨ ਹੋਈ ਹੋਗੀ ਐਕਚੁਅਲ ਦੇ ਵਿੱਚ ਰਿਐਕਸ਼ਨ ਰਿਵਰਸ ਹੋਈ ਹੋਗੀ ਕਿ ਇਹਨੇ ਇਲੈਕਟ੍ਰੋਨ ਡੋਨੇਟ ਕੀਤੇ ਹੋਣਗੇ ਦੋ ਤੇ ਸਿਲਵਰ ਨੇ ਇਲੈਕਟ੍ਰੋਨ ਗੇਨ ਕੀਤੇ ਹੋਣਗੇ ਇਹਦਾ ਮਤਲਬ ਜੇ ਇਹਨੇ ਇਲੈਕਟ੍ਰੋਨ ਡੋਨੇਟ ਕੀਤੇ ਇਹਦਾ ਮਤਲਬ ਇਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਮੈਂ ਕਿਵੇਂ ਕੈਲਕੂਲੇਟ ਕੀਤਾ ਇਹਦਾ ਬਿਲਕੁਲ ਰਿਵਰਸ ਕਰਾਂਗੇ ਮੈਨੂੰ ਪਤਾ ਕਿਵੇਂ ਲੱਗਿਆ ਮੈਂ ਦੋਨਾਂ ਦੇ ਰਿਡਕਸ਼ਨ ਪੋਟੈਂਸ਼ੀਅਲ ਕੰਪੇਅਰ ਕੀਤੇ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਹੁੰਦਾ ਉਹਦੀ ਰਿਡਕਸ਼ਨ ਹੁੰਦੀ ਹੈ दूसरे की होगी कंपैरेटिवली ऑक्सीडेशन ਇਹਦਾ मतलब मेरा ऑक्सीडेशन पोटेंशियल ਦੀ ਵੈਲਿਊ ਕਿੰਨੀ ਆ ਗਈ 0.30 ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਕਿੰਨੀ ਆ ਗਈ 0.80 ਇਹਦਾ मतलब ਕਿੰਨੀ ਆ ਗਈ ਮੇਰੀ ਵੈਲਿਊ 0.93 ਵੋਲਟ ਕਿੰਨੀ ਆ ਗਈ 0.93 ਵੋਲਟ ਕਈ ਵਾਰ ਟੀਚਰ ਇਹ ਪਸੰਦ ਨਹੀਂ ਕਰਦੇ ਉਹ ਕਹਿੰਦੇ ਆ ਮੈਨੂੰ ਕਨਵੈਨਸ਼ਨਲ ਫਾਰਮੂਲੇ ਨਾਲ ਲਿਖ ਕੇ ਦਿਖਾਓ ਤੇ ਇੱਕ ਹੋਰ ਫਾਰਮੂਲਾ ਸੀ ਉਹ ਕੀ ਸੀ E0 ਕੈਥੋਡ E0 ਅਨੋਡ ਤੇ ਇੱਥੇ ਦੋਨਾਂ ਵਾਰੀ ਮੈਂ ਕੀ ਲੈ ਕੇ ਜਾਣੇ ਆ ਰਿਡਕਸ਼ਨ ਪੋਟੈਂਸ਼ੀਅਲ ਲੈ ਕੇ ਚੱਲਣੇ ਕੀ ਲੈ ਕੇ ਚੱਲਣੇ ਆ रिडक्शन पोटेंशियल देखो सीधी जी गल पता लगी रिडक्शन हो रही है रिडक्शन कितनी होती है कैथोड ते ਇਹਦਾ मतलब E0 कैथोड किदे बराबर आ गया 0.80 ਕੀ ਆ ਗਿਆ 0.80 माइनस रिडक्शन पोटेंशियल ही एनोड ते रिडक्शन पोटेंशियल कितना बई -0.3 कितना -0.3 फिर वही वैल्यू एक्चुअल ਦੇ ਵਿੱਚ सही फार्मूला ਆ ਹੁੰਦਾ कि ਜਿਹਦੀ ਆਕਸੀਡੇਸ਼ਨ ਹੋਈ ਉਹਦਾ ਆਕਸੀਡੇਸ਼ਨ पोटेंशियल ਜਿਹਦੀ ਰਿਡਕਸ਼ਨ ਹੋਈ ਉਹਦਾ ਰਿਡਕਸ਼ਨ पोटेंशियल ਬੁੱਕਾਂ ਇਹ ਕਰਦੇ ਕਾ ਫਾਰਮੂਲਾ ਵੀ ਕਰ ਦਿੰਦੇ कि E0 रिडक्शन पोटेंशियल कैथोड ते कितना माइनस रिडक्शन पोटेंशियल एनोड ते कितना तो ਜਿਹੜੀਆਂ ਦੋਨਾਂ ਦੀਆਂ ਵੈਲਿਊਜ਼ ਹੈ ਐਜ਼ ਇਟ ਇਜ਼ ਹੀ ਪੁੱਟ ਕਰ ਦੇਣੀ कैथोड ਤੇ ਰਿਡਕਸ਼ਨ ਪੋਟੈਂਸ਼ੀਅਲ ਕਿੰਨਾ 0.80 ਅੱਛਾ कैथोड ਤੇ ਮੈਂ ਕਿਹੜਾ ਲੈਣਾ ਜਿਹੜਾ ਜ਼ਿਆਦਾ ਵੈਲਿਊ ਦੋਨਾਂ ਚੋਂ ਉਹਨੂੰ ਮੈਂ ਕੀ ਲੈਣਾ कैथोड ਤੇ ਲੈਣਾ ਮਾਈਨਸ ਐਜ਼ ਇਟ ਇਜ਼ ਉਸ ਤੋਂ ਬਾਅਦ एनोड ਤੇ ਕੀ ਹੈ ਰਿਡਕਸ਼ਨ ਪੋਟੈਂਸ਼ੀਅਲ ਮਾਈਨਸ ਤੇ ਠੀਕ ਹੈ ਤਾਂ ਮੈਂ ਮਾਈਨਸ ਨੂੰ ਹਟਾ ਕੇ ਪਹਿਲਾਂ ਹੀ ਪੋਜ਼ਿਟਿਵ ਲਾਤਾ ਸੀਗਾ ਇੱਕੋ ਗੱਲ ਹੀ ਜਿਵੇਂ ਤੁਸੀਂ ਮਰਜ਼ੀ ਕਰ ਸਕਦੇ ਹੋ ਇਹਦਾ ਮਤਲਬ ਕੀ ਹੈ सैल मेरा वर्क करता पे तो आपकी की आ गई मेरे ईएमएफ की वैल्यू हुन मैं ਤੁਹਾਨੂੰ ਕੀ ਰੱਖਿਆ ਤੁਹਾਡਾ ਤੀਸਰਾ ਕੁਐਸਚਨ ਕੀ ਸੀ ਕਿ ਅਗਰ ਇਹ ਸੈਲ ਕੰਮ ਕਰਦਾ ਪਿਆ ਤਾਂ ਉਹਦੀ ਸੈਲ ਰਿਐਕਸ਼ਨ ਲਿਖ ਕੇ ਦਿਖਾਓ ਕੀ ਲਿਖ ਕੇ ਦਿਖਾਓ ਸੈਲ ਰਿਐਕਸ਼ਨ ਲਿਖ ਕੇ ਦਿਖਾਓ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੁੰਦੀ ਹੈ ਆਕਸੀਡੇਸ਼ਨ ਹੁੰਦੀ ਹੈ ਕੀ ਹੁੰਦੀ ਹੈ ਆਕਸੀਡੇਸ਼ਨ ਹੁੰਦੀ ਹੈ ਇਹਦਾ ਮਤਲਬ ਕੀ ਹੋਇਆ ਕਿ ਲੈਡ ਨੇ ਕੀ ਕੀਤੇ ਦੋ ਇਲੈਕਟ੍ਰੋਨ ਡੋਨੇਟ ਕਰਤੇ ਇਹਦੀ ਕੀ ਹੋਗੀ ਆਕਸੀਡੇਸ਼ਨ ਹੁਣ ਸਿਲਵਰ ਇੱਕ ਇਲੈਕਟ੍ਰੋਨ ਗੇਨ ਕਰਦਾ ਪਿਆ ਤੇ ਮੇਰੇ ਕੋਲ ਇਲੈਕਟ੍ਰੋਨ ਕਿੰਨੇ ਹੈ ਦੋ ਇਹਦਾ मतलब दो इलेक्ट्रॉन होंगे तो दो ही की होंगे सिल्वर पॉजिटिव आयन ਇਹਦਾ मतलब 2Ag बन गए
ਲੈਫਟ ਹੈਂਡ ਸਾਈਡ ਨੂੰ ਲੈਫਟ ਹੈਂਡ ਸਾਈਡ ਦੇ ਨਾਲ ਕੰਪੇਅਰ ਜੋੜ ਦੋ, ਰਾਈਟ ਹੈਂਡ ਸਾਈਡ ਨੂੰ ਰਾਈਟ ਹੈਂਡ ਸਾਈਡ ਦੇ ਨਾਲ ਜੋੜ ਦੋ, ਜੋ ਕਾਮਨ ਆ ਗਿਆ ਉਹਨੂੰ ਕੱਟ ਦਿਓ। ਇਹਦਾ ਮਤਲਬ ਮੇਰੀ ਰਿਐਕਸ਼ਨ ਕੀ ਹੋਗੀ, PB + 2Ag ਪੋਜ਼ਿਟਿਵ + 2 ਇਲੈਕਟ੍ਰॉन्स। राइट हैंड साइड पे क्या आ गया, Pb2 पॉजिटिव + 2 इलेक्ट्रॉन + 2 जेडे इलेक्ट्रॉन्स इन्होंने ਆਪਾਂ कैंसिल आउट कर सकते हैं। ਇਹਦਾ ਮਤਲਬ ਆ ਕੀ ਆ ਗਈ ਮੇਰੀ ਸੈਲ ਰਿਐਕਸ਼ਨ ਹੈ, ਆ ਕੀ ਆ ਗਈ ਮੇਰੀ ਸੈਲ ਰਿਐਕਸ਼ਨ ਹੈ। ਬੜਾ ਇੰਪੋਰਟੈਂਟ ਨਿਊਮੈਰੀਕਲ ਸੀ। ਆਪਾਂ ਨੂੰ ਰਿਡਕਸ਼ਨ ਪੋਟੈਂਸ਼ੀਅਲ ਦੇ ਡਾਟੇ ਤੋਂ ਕੀ ਪਤਾ ਲੱਗਣ ਲੱਗ ਗਿਆ, EMF ਦੀ ਕੈਲਕੂਲੇਟ ਕਰ ਵੈਲਿਊ ਕੱਢਣੀ ਵੀ ਸਿੱਖ ਗਏ ਆਪਾਂ। ਮਤਲਬ ਇਹ ਸਾਰਾ ਕੁਝ ਕਿਹਨੇ ਦੱਸਿਆ ਆਪਾਂ ਨੂੰ, ਇਲੈਕਟ੍ਰੋਕੈਮੀਕਲ ਸੀਰੀਜ਼ ਨੇ ਦੱਸਿਆ ਕਿ ਰਿਡਕਸ਼ਨ ਪੋਟੈਂਸ਼ੀਅਲ ਕੀ ਕਿੰਨਾ। ਤੁਸੀਂ ਕੀ ਕਰਨਾ ਹੈ, दोनों की अगर रिडक्शन पोटेंशियल गिवन है तो अपन को ये पता है कि एक दी की होगी ऑक्सीडेशन, दूसरी की होगी रिडक्शन। जी दी वैल्यू ज़्यादा है वो की मेरा रिडक्शन पोटेंशियल, जी दी वैल्यू घट है इसका मतलब ओदी की हो रही है ऑक्सीडेशन। ओदा मैंने चाहिए कि ऑक्सीडेशन पोटेंशियल वो रिवर्स कर दो, इतने पुट कर दो। जे ऐ नहीं करना चाहते फिर तुसी की मान के चलो जी दा रिडक्शन पोटेंशियल ज़्यादा उन्होंने की मान लो कैथोड, जी दा रिडक्शन पोटेंशियल घट उन्होंने की मान लो एनोड, विचाले नैगेटिव साइन ते वो जी वैल्यूज है उन्हें फिक्स ही रखनी है। अगर नैगेटिव है तो नैगेटिव ही रखनी है, इथों वैल्यूज बन। ठीक है, अगर दा EMF E0 ग्रेटर देन 0 आ गई तो ਇਹਦਾ मतलब मैं की कहूंगा सेल मेरा वर्क करता है। की करता है, सेल मेरा वर्क करता है। अगर मेरा सेल मेरा वर्क करता है ਇਹਦਾ मतलब मेरी रिएक्शन अक्कर करनी चाहिए है, तो ਇਹਦਾ मतलब ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਮੇਰੀ ਰਿਐਕਸ਼ਨ ਹੋਊਗੀ ਕਿ ਨਹੀਂ। ਜਿਨ੍ਹਾਂ ਦੀ E0 ਦੀ ਵੈਲਿਊ ਗ੍ਰੇਟਰ ਦੇਨ 0 ਇਹਦਾ मतलब ਉਹ ਪ੍ਰੋਸੈਸ ਕੀ ਹੋਣਗੇ, ਫਿਜ਼ੀਬਲ ਹੋਣਗੇ। ਇਹਦਾ मतलब ਰਿਐਕਸ਼ਨ ਉਹਨਾਂ ਦੀ ਕੋਈ ਨਾ ਕੋਈ ਅਕਰ ਕਰੂਗੀ। ਇਹਦਾ मतलब ਕੀ ਉਹ ਇਲੈਕਟ੍ਰੋਕੈਮੀਕਲ ਥੈਰੇਪੀ ਹੋਣਗੇ, वर्क करते होंगे। की करते होंगे, वर्क करते होंगे। क्लियर है। इस तो बाद आप अगली टाइप का मेडिकल करते हैं। चलो भाई ਹੁਣ ਆਪਾਂ ਦੋ ਤਰ੍ਹਾਂ ਦੇ ਨਿਊਮੈਰੀਕਲ ਕਰਨੇ ਆ। ਆਪਾਂ ਨੂੰ ਇਹ ਪੁੱਛ ਸਕਦੇ ਆ ਕਿ ਰਿਐਕਸ਼ਨ ਹੋਊਗੀ ਕਿ ਨਹੀਂ ਹੋਊਗੀ, ਉਹਦੇ ਬਾਰੇ ਵੀ ਪੁੱਛ ਸਕਦੇ ਆ। ਤੁਹਾਨੂੰ ਕਹਿ ਕੀ ਰੱਖਿਆ, ਤੁਹਾਨੂੰ ਕਹਿ ਰੱਖਿਆ ਇੱਕ ਕੁਐਸਚਨ ਦੇ ਰੱਖਿਆ ਕਿ ਕੈਨ ਕਲੋਰੀਨ ਗੈਸ stored in copper cylinder, can chlorine gas stored in copper cylinder, ये कह रहे हैं। ठीक है, नेक्स्ट अपन की देता डाटा देता E0 copper 2 positive to copper 0.34 वोल्ट। और की देता अपन E0 chlorine to chlorine negative 1.36 कितना दे रखे 1.36। तो थोड़ा ये पहला पता होना चाहिए, ये देख ही रखिए। देखो सब तो पहला की है कॉपर प्लस 2 इलेक्ट्रॉन है, ऑक्सीडेशन नंबर की कर रहे हैं, डिक्रीज कर रहे हैं। 2 इलेक्ट्रॉन ने गेन किए तो की बन गया, कॉपर बन गया। मतलब मैंने किहड़ी चीज गिवन दे रखी है, मैं इथों कैलकुलेट करूंगा। अगर मेरा रिडक्शन पोटेंशियल डिक्रीज सॉरी अगर मेरा ऑक्सीडेशन नंबर डिक्रीज हो रहा है तो इसका मतलब मैंने की दे रखी है, इन्होंने रिडक्शन दे रखी है। की दे रखी है, रिडक्शन दे रखी है। अगर रिडक्शन दे रखी है तो पोटेंशियल भी किहड़ा रिडक्शन पोटेंशियल। सिमिलरली 2 क्लोरीन 2 इलेक्ट्रॉन गेन किए की बन गया 2 क्लोरीन। इसका मतलब ये भी की दे रखे रिडक्शन पोटेंशियल 1.36 रिडक्शन पोटेंशियल 0.34। अच्छा इसका मतलब इन्हां दे कंपैरेटिवली एक दी की होगी रिडक्शन, दूसरे दी की होगी ऑक्सीडेशन। इसका मतलब मेरी EMF की बराबर आती है E ऑक्सीडेशन प्लस E रिडक्शन। जी दी रिडक्शन उसकी रिडक्शन की वैल्यू प्लस जी दी ऑक्सीडेशन उसकी ऑक्सीडेशन। इसका मतलब E ऑक्सीडेशन पोटेंशियल कितना है -0.34 उसकी वैल्यू पुट करती कितनी आ गई वैल्यू 1.02। इसका मतलब की है कि इनू जो मैं रिएक्शन में रखूंगा कॉपर के भांडे च क्लोरीन की गैस में रखूंगा तो इसका मतलब की है उसकी कोई ना कोई वोल्टेज जनरेट हो रही है। इसका मतलब की हो रही है, कोई ना कोई रिएक्शन हो रही है। अगर कोई ना कोई रिएक्शन हो रही है तो इसका मतलब की है कि क्लोरीन गैस को मैं स्टोर नहीं कर सकता, इन कॉपर स्टोर नहीं कर सकता। इस चीज का ख्याल रखिए। नेक्स्ट तुम एक और एग्जांपल कह रहे हो, नेक्स्ट तुम एक और एग्जांपल कह रहे हो, ध्यान नाल लिखो।
एग्जांपल कह रहे हैं वही गल रिपीट कह रहे हैं कि वाई ब्लू कलर ऑफ कॉपर सल्फेट fades away when zinc rod dipped in it ठीक है अपने को यार क्वेश्चन है तो एक्चुअल ਵਿੱਚ ਉਹ ਕਹਿਣਾ ਕੀ ਚਾਹੁੰਦੇ ਆ ਉਹ ਇਹ ਕਹਿਣਾ ਚਾਹੁੰਦੇ ਆ ਕਿ ਜ਼ਿੰਕ ਦੀ ਰੋਡ 'ਚ ਤੁਸੀਂ ਕਾਪਰ ਸਲਫੇਟ ਪਾਤਾ ਤਾਂ ਇਹ ਰਿਐਕਸ਼ਨ ਕਿਉਂ ਹੋ ਜਾਂਦੀ ਹੈ ਹੁਣ ਉਹ ਕਿਹਦੇ ਨਾਲ ਪੁੱਛ ਰਹੇ ਆ ਉਹ ਰਿਐਕਟੀਵਿਟੀ ਸੀਰੀਜ਼ ਦੇ ਨਾਲ ਪੁੱਛ ਰਹੇ ਆ ਮਤਲਬ E ਨੋਟ ਦੇ ਰੱਖਿਆ ਉਹ ਕਹਿੰਦੇ ਭਈਆ E ਨੋਟ ਦੀ ਵੈਲਿਊ ਕਾਪਰ 2 ਪੋਜ਼ਿਟਿਵ ਤੋਂ ਗੇਨ ਕਰਕੇ ਕਾਪਰ ਬਣਦਾ ਪਿਆ ਅਗਰ ਤਾਂ E ਰਿਡਕਸ਼ਨ ਦੀ ਵੈਲਿਊ ਕਿੰਨੀ ਹੈ 0.34 दूसरा की कह रहे हो कि E नॉट Zn 2 पॉजिटिव प्लस 2 इलेक्ट्रॉन गेन करता है अगर जिंक बनता है तो E रिडक्शन कितनी दे रखी है 0.76 तो ਤੁਹਾਨੂੰ ਇੱਕ ਸਿੱਧੀ ਜੀ ਗੱਲ ਕਲੀਅਰ ਹੈ ਜ਼ਿੰਕ ਦੀ ਤਾਂ ਕਦੇ ਰਿਡਕਸ਼ਨ ਹੋ ਹੀ ਨਹੀਂ ਸਕਦੀ ਜਦੋਂ ਕਾਪਰ ਦੇ ਨਾਲ ਆਇਆ ਪਤਾ ਵੀ ਸਾਫ਼ ਹੀ ਲੱਗੀ ਜਾਂਦੇ ਡਾਟੇ ਤੋਂ ਇਹਦਾ ਮਤਲਬ ਜਿਹਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਇਹਦੀ ਕੀ ਹੋਈ ਹੋਊਗੀ ਰਿਡਕਸ਼ਨ ਤੇ ਇਹਦੀ ਕੀ ਹੋਈ ਹੋਊਗੀ ਆਕਸੀਡੇਸ਼ਨ ਪੋਟੈਂਸ਼ੀਅਲ ਕਿੰਨਾ ਆ ਗਿਆ 0.76 ਇਹਦਾ ਮਤਲਬ ਰਿਐਕਸ਼ਨ ਕੀ ਹੋਈ ਐਕਚੁਅਲ ਦੇ ਵਿੱਚ ਰਿਵਰਸ ਹੋਈ ਹੈ ਰਿਐਕਸ਼ਨ ਕੀ ਹੋਈ ਐਕਚੁਅਲ ਦੇ ਵਿੱਚ ਰਿਵਰਸ ਹੋਈ ਅੱਛਾ ਹੁਣ ਆਪਾਂ ਇਹਨੂੰ EMF ਦੇ ਹਿਸਾਬ ਨਾਲ ਦੇਖਾਂਗੇ ਕਿ ਅਗਰ EMF ਗ੍ਰੇਟਰ ਦੈਨ 0 ਆ ਗਈ ਤਾਂ ਮਤਲਬ ਕੀ ਹੈ ਕਿ ਰਿਐਕਸ਼ਨ ਹੋਊਗੀ ਵੈਸੇ ਤਾਂ ਹੁੰਦੀ ਹੈ ਉਹਨੂੰ ਚੀਜ਼ੋਂ ਪ੍ਰੂਵ ਵੀ ਕਰਾਂਗੇ ਜਿਹਦੀ ਆਕਸੀਡੇਸ਼ਨ ਹੋਈ ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਜਿਹਦੀ ਰਿਡਕਸ਼ਨ ਹੋਈ ਉਹਦਾ ਰਿਡਕਸ਼ਨ ਪੋਟੈਂਸ਼ੀਅਲ 0.76 ਪਲੱਸ 0.34 ਕਿੰਨੀ ਆ ਗਈ 1.110 ਇਹਦਾ ਮਤਲਬ ਕੀ ਹੈ ਇੰਨੀ ਵੋਲਟੇਜ ਰੇਟ ਹੋ ਗਈ ਇਹਦਾ ਮਤਲਬ ਕੀ ਹੈ ਰਿਐਕਸ਼ਨ ਅਕਰ ਕਰਦੀ ਉਹ ਤਾਂ ਆਪਾਂ ਨੂੰ ਸਾਫ਼ ਹੀ ਪਤਾ ਸੀ ਇਹਦਾ ਮਤਲਬ ਉਹੀ ਚੀਜ਼ ਆ ਗਈ ਕਿ ਨਹੀਂ metal having low reduction potential ਤੇ ਆ ਕੀ ਸੀ high reduction potential ਇਹਨੂੰ ਡਿਸਪਲੇਸ ਕਰਾਤਾ ਕਿ ਨਹੀਂ ਐਕਚੁਅਲ ਦੇ ਵਿੱਚ ਕੀ ਹੋਇਆ ਜ਼ਿੰਕ ਪਲੱਸ ਕਾਪਰ ਸਲਫੇਟ ਤੇ ਕੀ ਹੋ ਗਿਆ ਜ਼ਿੰਕ ਸਲਫੇਟ ਆ ਗਿਆ ਨਾ ਕਾਪਰ ਦੀ ਨਾਲ ਇਹਦਾ ਮਤਲਬ ਕਿਤੋਂ ਬਦਲ ਗਿਆ EMF ਤੋਂ ਬਦਲ ਗਿਆ ਤੇ ਸਾਰਾ ਕੁਝ ਕੌਣ ਦੱਸ ਰਿਹਾ ਆਪਾਂ ਨੂੰ रिडक्शन पोटेंशियल ਦੀਆਂ ਵੈਲਿਊਜ਼ ਦੱਸ ਰਹੀਆਂ ਇਹਦਾ ਮਤਲਬ ਕਿਹੜੀ ਚੀਜ਼ ਆਪਾਂ ਵਾਰ-ਵਾਰ ਐਪਲੀਕੇਸ਼ਨ ਪੜ੍ਹ ਰਹੇ ਹਾਂ ਇਲੈਕਟ੍ਰੋਕੈਮੀਕਲ ਸੀਰੀਜ਼ ਦੀਆਂ ਇਹ ਐਪਲੀਕੇਸ਼ਨਾਂ ਪੜ੍ਹ ਰਹੇ ਹਾਂ ਠੀਕ ਹੈ ਨੈਕਸਟ ਤੁਹਾਨੂੰ ਇੱਕ ਹੋਰ ਨਿਊਮੈਰੀਕਲ ਕਹਿੰਦੇ ਆ ਬੜਾ ਧਿਆਨ ਨਾਲ ਸੁਣਿਓ ठीक है चलो नेक्स्ट एक न्यूमेरिकल है ध्यान ਨਾਲ देखियो ਆਪਾਂ ਨੂੰ ਸੈਲ ਰਿਐਕਸ਼ਨਸ ਦੇ ਰੱਖੀਆਂ ਆਪਾਂ ਨੂੰ ਸੈਲ ਰਿਐਕਸ਼ਨਸ ਦੇ ਰੱਖੀ ਹੈ ਕੀ ਕਹਿੰਦੇ ਪਏ ਆ ਕਿ 2 ਕ੍ਰੋਮੀਅਮ ਪਲੱਸ ਰਿਐਕਸ਼ਨ ਉਹਦੀ ਕਿਹਦੇ ਨਾਲ ਹੋ ਰਹੀ ਹੈ 3 ਕੈਡਮੀਅਮ ਦੇ ਨਾਲ ਹੋ ਰਹੀ ਹੈ 3 ਕੈਡਮੀਅਮ 2 ਪੋਜ਼ਿਟਿਵ ਪਲੱਸ ਰਿਐਕਸ਼ਨ ਹੋਣ ਤੋਂ ਬਾਅਦ ਕੀ ਕਰਦੇ ਪਏ ਉਹ ਇਦਾਂ ਦਾ ਪ੍ਰੋਡਕਟ ਬਣਦਾ ਹੈ 2 ਕ੍ਰੋਮੀਅਮ 3 ਪੋਜ਼ਿਟਿਵ ਪਲੱਸ 3 ਕੈਡਮੀਅਮ ਸੋਲਿਡ ਠੀਕ ਹੈ अच्छा ਆਪਾਂ ਨੂੰ ਕੀ ਵੈਲਿਊਜ਼ ਦੇ ਰੱਖੀਆਂ ਧਿਆਨ ਨਾਲ ਦੇਖਿਓ ਆਪਾਂ ਨੂੰ ਵੈਲਿਊਜ਼ ਦੇ ਰੱਖੀਆਂ ਜਿਹੜੀਆਂ ਵੈਲਿਊਜ਼ ਆ ਗਿਵਨ ਹੁੰਦੀਆਂ ਉਹ ਕਹਿੰਦੇ ਆ ਰਿਡਕਸ਼ਨ ਪੋਟੈਂਸ਼ੀਅਲ ਦੇ ਰੱਖਿਆ ਕ੍ਰੋਮੀਅਮ 3 ਪੋਜ਼ਿਟਿਵ ਟੂ ਕ੍ਰੋਮੀਅਮ ਕਿੰਨੀ ਵੈਲਿਊ ਦੇ ਰੱਖੀ ਹੈ ਜੀ -0.74 ਕਿੰਨੀ ਦੇ ਰੱਖੀ ਹੈ -74 ਨੈਕਸਟ ਤੁਹਾਨੂੰ ਕੀ ਦੇ ਰੱਖਿਆ E ਨੋਟ ਕੈਡਮੀਅਮ 2 ਪੋਜ਼ਿਟਿਵ ਟੂ ਕੈਡਮੀਅਮ ਕਿੰਨਾ ਦੇ ਰੱਖਿਆ -0.40 ਕੀ ਦੇ ਰੱਖਿਆ -0.40 ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇਹ ਵੈਲਿਊਜ਼ ਕਾਹਦੀਆਂ ਆਕਸੀਡੇਸ਼ਨ ਨੰਬਰ ਕੀ ਕਰ ਰਿਹਾ ਹੈ ਡਿਕਰੀਜ਼ ਇਹਦਾ ਵੀ ਕੀ ਕਰ ਰਿਹਾ ਹੈ ਡਿਕਰੀਜ਼ ਇਹਦਾ ਮਤਲਬ ਦੋਨੇ ਕਿਹੜੇ ਪੋਟੈਂਸ਼ੀਅਲ ਹੈ ਇਹ ਰਿਡਕਸ਼ਨ ਪੋਟੈਂਸ਼ੀਅਲ ਕਿਹੜੇ ਪੋਟੈਂਸ਼ੀਅਲ ਹੈ ਇਹ ਰਿਡਕਸ਼ਨ ਪੋਟੈਂਸ਼ੀਅਲ ਆ ਵੀ ਕੀ ਹੈ ਰਿਡਕਸ਼ਨ ਪੋਟੈਂਸ਼ੀਅਲ ਇਹਦਾ ਮਤਲਬ ਇਹਨੂੰ ਆਪਾਂ ਖੋਲ ਕੇ ਕਿਵੇਂ ਲਿਖਾਂਗੇ ਖੋਲ ਕੇ ਆਪਾਂ ਲਿਖ ਅੱਛਾ ਖੋਲ ਕੇ ਲਿਖਣ ਦੀ ਬਾਤ ਹੀ ਗੱਲ ਹੈ ਰਿਡਕਸ਼ਨ ਪੋਟੈਂਸ਼ੀਅਲ ਆ ਦੋਨੇ ਕਿਹੜੀ ਵੈਲਿਊ ਜ਼ਿਆਦਾ ਹੈ ਰਿਡਕਸ਼ਨ ਦੀ ਆ ਇਹਦਾ ਮਤਲਬ ਇਹਦੀ ਕੀ ਹੋ ਰਹੀ ਹੈ ਰਿਡਕਸ਼ਨ ਉੱਪਰ ਵਾਲੇ ਦੀ ਕੀ ਹੋ ਰਹੀ ਹੈ ਆਕਸੀਡੇਸ਼ਨ ਇਹਦਾ ਮਤਲਬ ਮੈਂ E ਨੋਟ ਕੈਲਕੂਲੇਟ ਕਰਨੀ ਹੋਵੇ ਇਹਨਾਂ ਦੀ ਇਹਦਾ ਮਤਲਬ ਸੈਲ ਦੀ ਮੈਂ EMF ਕੱਢਣੀ ਹੈ ਤਾਂ ਮੈਨੂੰ ਕਿਵੇਂ ਪਤਾ ਲੱਗੂਗੀ
ਜਿਹਦੀ ਰਿਡਕਸ਼ਨ ਹੋਈ ਉਹਦਾ ਰਿਡਕਸ਼ਨ ਪੋਟੈਂਸ਼ੀਅਲ, ਜਿਹਦੀ ਰਿਡਕਸ਼ਨ ਹੋਈ ਉਹਦਾ ਰਿਡਕਸ਼ਨ ਪੋਟੈਂਸ਼ੀਅਲ ਵੈਲਿਊ ਪੁੱਟ ਕਰਤੀ, ਤੇ ਜਿਹਦੀ ਆਕਸੀਡੇਸ਼ਨ ਹੋਈ ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ, ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਕਿੰਨਾ ਹੈ 0.74 ਆ ਪੁੱਟ ਕਰ। ਇਹਦਾ ਮਤਲਬ E ਨੋਟ ਦੀ ਵੈਲਿਊ ਕਿੰਨੀ ਆ ਗਈ 0.74 ਮਾਈਨਸ ਕਿੰਨੀ ਆ ਗਈ 0.34। ਇਹਦਾ ਮਤਲਬ ਸੈੱਲ ਫਿਰ ਭਰ ਕੇ, ਇਹਦਾ ਮਤਲਬ ਰਿਐਕਸ਼ਨ ਅਕਰ ਕਰੂਗੀ, ਇਹਦਾ ਮਤਲਬ ਰਿਐਕਸ਼ਨ ਅਕਰ ਕਰੂਗੀ। ਨੈਕਸਟ ਆਪਾਂ ਨੂੰ ਇੱਕ ਹੋਰ ਨੂਮੈਰੀਕਲ ਪੁੱਛਦੇ ਇਹਦੇ ਨਾਲ ਦਾ ਹੀ, अच्छा नेक्स्ट बड़ा इंपॉर्टेंट टाइप का न्यूमेरिकल है, कॉपर सॉलिड, कॉपर टू पॉजिटिव साल्ट ब्रिज Ag पॉजिटिव प्लस Ag। देखो भाई इतने की हो जाती है ऑक्सीडेशन नंबर इंक्रीज हो रहा है, ਇਹਦਾ मतलब आगे की हो रहा है ऑक्सीडेशन नंबर डिक्रीज हो रहा है। ये सिर्फ एक डाटा, मैंने नहीं पता श्योर है कि नहीं, उन्होंने कहा है नहीं कहता ये श्योर है, कहते कोई ना कोई इलेक्ट्रोकैमिकल सैल है जी, आ इलेक्ट्रोकैमिकल सैल है तो ਇਹਦੀ EMF ਦੀ ਵੈਲਿਊ ਕਿੰਨੀ ਦੇ ਰੱਖੀ ਹੈ 0.48 ਦੇ ਰੱਖੀ ਹੈ। EMF मतलब E नॉट ਦੀ ਵੈਲਿਊ ਕਿੰਨੀ ਦੇ ਰੱਖੀ ਹੈ 0.46 ਵੋਲਟ ਦੇ ਰੱਖੀ ਹੈ। ਹੁਣ ਉਹ ਕੀ ਕਹਿੰਦੇ ਆ, ਉਹ ਕਹਿੰਦੇ ਆ ਅਗਰ ਰਿਡਕਸ਼ਨ ਪੋਟੈਂਸ਼ੀਅਲ, ਅਗਰ ਰਿਡਕਸ਼ਨ ਪੋਟੈਂਸ਼ੀਅਲ ਕਾਪਰ ਦਾ ਕਿੰਨਾ ਹੈ, ਕਾਪਰ ਦਾ ਕਿੰਨਾ ਹੈ, ਕਾਪਰ 2 ਪੋਜ਼ਿਟਿਵ ਪਲੱਸ 2 ਇਲੈਕਟ੍ਰੋਨ ਕਿੰਨਾ ਹੈ 0.34 ਹੈ, ਕਿੰਨਾ 0.34 ਹੈ। ਤਾਂ ਤੁਸੀਂ ਕੀ ਲੱਭਣਾ ਹੈ, ਰਿਡਕਸ਼ਨ ਪੋਟੈਂਸ਼ੀਅਲ ਲੱਭਣਾ ਹੈ ਸਿਲਵਰ ਦਾ। ਕਿਹਦਾ ਲੱਭਣਾ ਹੈ, ਰਿਡਕਸ਼ਨ ਪੋਟੈਂਸ਼ੀਅਲ ਲੱਭਣਾ ਹੈ ਸਿਲਵਰ ਦਾ। ਕੀ ਲੱਭਣਾ ਹੈ, ਰਿਡਕਸ਼ਨ ਪੋਟੈਂਸ਼ੀਅਲ ਲੱਭਣਾ ਸਿਲਵਰ ਦਾ। ਤੁਸੀਂ ਧਿਆਨ ਨਾਲ ਦੇਖੋ, ਉਹਨਾਂ ਨੇ ਮੈਨੂੰ ਇੱਕ ਗਿਵਨ ਕੰਡੀਸ਼ਨ ਕਹਿ ਦਿੱਤੀ ਹੈ ਕਿ ਜਿਹੜਾ ਮੇਰਾ ਉੱਪਰ ਵਾਲਾ ਪ੍ਰੋਸੈਸ ਹੈ, ਜਿਹੜਾ ਮੇਰਾ ਉੱਪਰ ਵਾਲਾ ਪ੍ਰੋਸੈਸ ਹੈ ਇਹ ਇੱਕ ਸਹੀ ਪ੍ਰੋਸੈਸ ਹੈ। ਕੀ ਹੈ, ਇੱਕ ਸਹੀ ਪ੍ਰੋਸੈਸ ਹੈ। ਸਹੀ ਪ੍ਰੋਸੈਸ ਦਾ ਮਤਲਬ ਕੀ ਹੈ ਕਿ ਇਹ ਇੱਕ ਇਲੈਕਟ੍ਰੋਕੈਮੀਕਲ ਸੈੱਲ ਹੈ ਜਿਹਦੇ ਚ ਕਾਪਰ ਦੀ ਕੀ ਹੋ ਰਹੀ ਹੈ ਆਕਸੀਡੇਸ਼ਨ ਤੇ ਸਿਲਵਰ ਦੀ ਕੀ ਹੋ ਰਹੀ ਹੈ ਰਿਡਕਸ਼ਨ, ਤੇ ਵੋਲਟੇਜ ਕਿੰਨੀ ਬਣ ਰਹੀ ਹੈ 0.46। ਇਹਦਾ ਮਤਲਬ ਕੀ ਹੈ ਕਿ ਇੱਥੇ ਕਾਪਰ ਦੀ ਕੀ ਹੋ ਰਹੀ ਹੈ ਰਿਡਕਸ਼ਨ, ਸੌਰੀ ਕਾਪਰ ਦੀ ਕੀ ਹੋ ਰਹੀ ਹੈ ਆਕਸੀਡੇਸ਼ਨ। ਇਹਦਾ ਮਤਲਬ ਇੱਥੇ ਗਿਵਨ ਕੀ ਦੇ ਰੱਖਿਆ ਰਿਡਕਸ਼ਨ। ਇਹਦਾ ਮਤਲਬ ਮੈਨੂੰ ਕੀ ਚਾਹੀਦਾ ਤਾਂ ਆਕਸੀਡੇਸ਼ਨ ਪੋਟੈਂਸ਼ੀਅਲ। ਇਹਦਾ ਮਤਲਬ ਜੇ ਦੀ ਆਕਸੀਡੇਸ਼ਨ ਹੋਈ ਆ ਅਕੋਰਡਿੰਗ ਟੂ ਦੈਟ ਤੇ ਮੈਨੂੰ ਇਹਦਾ ਕੀ ਚਾਹੀਦਾ ਆਕਸੀਡੇਸ਼ਨ ਪੋਟੈਂਸ਼ੀਅਲ, ਉਹ ਕਿੰਨਾ ਹੁੰਦਾ -E ਯਾਰ। ਇਹਦਾ ਮਤਲਬ ਇਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਕਿੰਨਾ ਆ ਗਿਆ -0.34। ਕਿੰਨਾ ਆ ਗਿਆ -0.34। EMF ਕਿਹਦੇ ਬਰਾਬਰ ਹੁੰਦੀ ਹੈ, ਜਿਹਨੂੰ ਮੈਂ E ਨੋਟ ਵੀ ਬੋਲਦਾ, ਜਿਹਦੀ ਆਕਸੀਡੇਸ਼ਨ ਹੋਈ ਉਹਦਾ ਆਕਸੀਡੇਸ਼ਨ ਪੋਟੈਂਸ਼ੀਅਲ ਤੇ ਜਿਹਦੀ ਰਿਡਕਸ਼ਨ ਹੋਈ ਉਹਦਾ ਰਿਡਕਸ਼ਨ ਪੋਟੈਂਸ਼ੀਅਲ। ਇਹਦੀ ਵੈਲਿਊ ਕਿੰਨੀ ਦੇ ਰੱਖੀ ਹੈ 0.46 ਗਿਵਨ। ਆਕਸੀਡੇਸ਼ਨ ਪੋਟੈਂਸ਼ੀਅਲ ਕਿੰਨਾ ਹੈ ਇਹਦਾ -0.34 ਤੇ ਰਿਡਕਸ਼ਨ ਪੋਟੈਂਸ਼ੀਅਲ ਮੈਂ ਕੱਢਣਾ ਸੀ। ਰਿਡਕਸ਼ਨ ਪੋਟੈਂਸ਼ੀਅਲ ਕੀ ਕਰਤਾ ਇਹਨਾਂ ਨੂੰ ਮੈਂ ਐਡ ਕਰਤਾ, ਕਿੰਨੀ ਵੈਲਿਊ ਆ ਗਈ ਉਹਦੀ 0.80। ਕਿੰਨੀ ਆ ਗਈ 0.80। ਦੇਖੋ ਤੁਸੀਂ ਕ੍ਰਾਸ ਚੈੱਕ ਵੀ ਕਰ ਸਕਦੇ ਹੋ ਆ ਚੀਜ਼ ਸਹੀ ਸੀ ਕਿ ਨਹੀਂ। ਰਿਡਕਸ਼ਨ ਪੋਟੈਂਸ਼ੀਅਲ ਸਿਲਵਰ ਦਾ ਕਿੰਨਾ ਆਇਆ 0.80, ਕਾਪਰ ਦਾ ਕਿੰਨਾ ਸੀਗਾ 0.34। ਇਹਦਾ ਮਤਲਬ ਰਿਡਕਸ਼ਨ ਬਾਕੀ ਸਿਲਵਰ ਦੀ ਹੋਈ ਸੀ। ਠੀਕ ਹੈ, ਇਹਦਾ ਮਤਲਬ ਆਪਾਂ ਨੂੰ ਕਿਵੇਂ ਲਿਖਾਂਗੇ Ag ਪੋਜ਼ਿਟਿਵ ਪਲੱਸ ਇਲੈਕਟ੍ਰੋਨ Ag ਬਣਿਆ ਤੇ ਰਿਡਕਸ਼ਨ ਪੋਟੈਂਸ਼ੀਅਲ ਕਿੰਨਾ ਆ ਗਿਆ 0.80। ਠੀਕ ਹੈ, ਬਾਕੀ ਆਪਾਂ ਜਿਹੜੀ ਹੈ ਕੱਲ ਨਿਊਮੈਰੀਕਲ ਦੇ ਨਾਲ ਹੀ ਇਹਨਾਂ ਨੂੰ ਡਿਸਕਸ ਕਰ ਲਵਾਂਗੇ। ਠੀਕ ਹੈ।